ज्ञान ध्यान किच कर्म ना जाना, नाहिन निर्मल करनी। साध संगत के अंचल लावो, बिखम नदी जाए तरनी। सतनाम वाहिगुरु। साहिब जियो सूही महला तीजा, शब्द सच्चै सच सोहेला। जिथै सच्चे का होए विचारो राम, शब्द सच्चै सच सोहेला। जिथै सच्चे का होए विचारो राम। हऊँ मैं सब किल विख काटे, साच रखिया उर तारे राम। सच रखिया उर तारे दुतर तारे, फिर भवजल तरन ना होई। सच्चा सतगुर सच्ची बाणी, जिन सच विखालिया सोई। साचे गुण गावै सच समावै, सच वेखै सब सोई। नानक साचा साहिब साची नाई, सच निस्तारा होई। साचै सतगुर साच बुझाया, पत राखै सच सोई राम। सच्चा भोजन भाव सच्चा है, सच्चै नाम सुख होई राम। साचै नाम सुख होई, मरै ना कोई। गर्भ ना जूनी वासा, ज्योति जोत मिलाई सच समाई। सच नाए परगासा, जिन्हीं सच जाता से सच्चे होए। अन दिन सच तिहायन, नानक सच नाम जिन हृदय वसिया। ना विछुड़ दुख पायन, जिन्हीं सच जाता से सच्चे होए। अन दिन सच तिहायन, नानक सच नाम जिन हृदय वसिया। ना विछुड़ दुख पायन। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अजीम अपार नवाजिश बख्शिश, शाम समय सत्संगत दा समा असीं माण रहे हैं। गुरबाणी लड़ीवार व्याख्यान विच सूही राग दे बचनां दी विचार हुंदी है। गुरु अमरदास पातशाह द्वारा उचित कीती पावन बाणी है। छंतां दे रूप विच ये सानूं प्राप्त है। इस पावन शब्द दी तकरीर बीते कल प्रारंभ कीती सी। शुरुआती असीं मात्र 2 सतरां विचारियां सीगियां। समा हो गया सीगा, यतन करांगे समुचे पदे नूं पूरा विचारिए। सिर्फ एक बुनियादी बिनतियां कि शब्द सच्चै सच सोहेला। जिथै सच्चे का होए विचारो राम। शब्द सच्चै सच सोहेला, जिहड़ा असल दे विच बड़ा खुशनुमा ते सुहावना गीत है, जिहड़ा साडे मन मंडल विच चलदा है ते जिहदे करके साडे जीवन दे अमल अमाल तब्दील करने वास्ते साडे अंदर इच्छा शक्ति पैदा हुंदी है। वो हुक्म नूं बुझ के है, ते हुक्म उही शब्द है
ਜਿਹੜਾ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਰਵਿਆ ਪਿਆ ਹੈ। ਇੱਕ ਕਾਰਜ ਨੂੰ ਕਰਨ ਦੇ ਕਈ ਢੰਗ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਕਾਰਜ ਨੂੰ ਕਰਦਿਆਂ ਹੋਇਆਂ ਕੁਦਰਤ ਦੇ ਬਣਾਏ ਹੋਏ ਵੱਡੀ ਜਿਹੜਾ ਕਾਰਜੀ ਰੰਗ ਆ, ਹੁਕਮ ਆ, ਉਹਦੀ ਤਰਬੀਅਤ ਦੀ ਜਾਣਕਾਰੀ ਹੋਏ ਬੰਦੇ ਨੂੰ, ਬਸ ਇੱਥੋਂ ਹੀ ਧਰਮ ਦੀ ਸਮਝ ਆਉਂਦੀ ਹੈ। ਜਿੱਥੇ ਬੰਦਾ ਉਸ ਧਰਮ ਨੂੰ ਤੋੜਦਾ ਆ, ਜੇ ਸਪੋਜ਼ ਕਰੋ ਕੋਈ ਵੀ ਚੀਜ਼ ਆ ਸਰੀਰ ਹੈ, ਇਹਨੂੰ ਤੇ ਪਾਲਣਾ ਆ, ਪਾਲਣ ਵਾਸਤੇ ਅਨੇਕਾਂ ਤਰ੍ਹਾਂ ਦੀ ਫੂਡ ਚੋਇਸਿਸ ਆ, ਅਨੇਕਾਂ ਤਰ੍ਹਾਂ ਦੀਆਂ ਰਹਿਣ ਸਹਿਣ ਕਲਚਰ, ਇਹ ਸਭ ਚੀਜ਼ਾਂ ਨੇ, ਅਨੇਕਾਂ ਤਰ੍ਹਾਂ ਦੇ ਸਿੱਖਿਆ ਦੇ ਸੋਰਸ ਨੇ, ਅਨੇਕਾਂ ਤਰ੍ਹਾਂ ਦੇ ਵਸੇਬੇ ਦੀਆਂ ਜਗ੍ਹਾ ਅਤੇ ਵਸੇਬੇ ਦਾ ਸਭ ਰੂਪ ਆ। ਪਰ ਉਹ ਕੀਤਾ ਜਾਏ ਜਿਹਦੇ ਨਾਲ ਇਸ ਜੀਵਨ ਨੂੰ ਅਰਥ ਮਿਲਣ। ਇਹ ਪਲੇ ਇਹ ਗਲੇ ਨਾ, ਇਹਦੇ ਨਾਲ ਨਾਲ ਇਹ ਪਲਿਆ ਹੋਇਆ ਕਿਸੇ ਮੀਨਿੰਗਫੁਲ ਵੇ ਦੇ ਨਾਲ ਆਪਣਾ ਕੰਟਰੀਬਿਊਟ ਕਰੇ ਇਸ ਪੂਰੇ ਬਣੇ ਈਕੋਸਿਸਟਮ ਤੇ ਪੂਰੇ ਬਣੇ ਇਸ ਕਾਇਨਾਤੀ ਰੰਗ ਦੇ ਵਿੱਚ। ਇਹ ਧਰਮ ਹੈ। ਕਈ ਵਾਰ ਬਾਤ ਇਹ ਜਿਹੜੀ ਬੜੀ ਫਿਲਾਸਫੀਕਲ ਲੱਗਦੀ ਹੈ, ਪਰ ਗੁਰੂ ਬਾਬਾ ਜੀ ਨੇ ਇਹਨੂੰ ਹੀ ਧਰਮ ਸਮਝਾਇਆ। ਅਸੀਂ ਸ਼ਬਦ ਪੜ੍ਹਦੇ ਹਾਂ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ। ਆਹ ਜਿਹੜੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ, ਨਾਮ ਦਾ ਜਪਣਾ ਆ, ਨਿਰਮਲ ਕਰਮ, ਇਹਨਾਂ ਨੂੰ ਜਪਦਿਆਂ ਹੋਇਆਂ ਕਰਮ ਮੈਲ ਰਹਿਤ ਹੋ ਜਾਣ ਤੇਰੇ। ਅਦਰਵਾਈਜ਼ ਕੋਈ ਵੀ ਕੰਮ ਬੰਦਾ ਕਰਦਾ ਆ ਤੇ ਸਾਡੀ ਆਮ ਜ਼ਹਿਨੀਅਤ ਵਿੱਚ ਬਾਤ ਹੈ, ਅਸੀਂ ਸਭ ਤੋਂ ਪਹਿਲਾਂ ਵੇਖਦੇ ਹਾਂ ਇਹਦਾ ਸਵਾਰਥ ਕੀ ਹੈ ਪਿੱਛੇ। ਸਾਨੂੰ ਖੁਦ ਨੂੰ ਇਹ ਹੁੰਦਾ ਹੈ ਇਹਦੇ ਨਾਲ ਸਵਾਰਥ ਕੀ ਪੂਰਾ ਹੋਏਗਾ। ਜਿੰਨਾ ਸਵਾਰਥ ਨੈਰੋ ਡਾਊਨ ਕਰੀ ਜਾਂਦੇ ਹਾਂ, ਛੋਟਾ ਕਰੀ ਜਾਂਦੇ ਹਾਂ, ਉਸ ਦੇ ਵਿੱਚ ਉਤਨਾ ਹੀ ਉਹ ਮੈਲ ਨਾਲ ਭਰੀ ਜਾਂਦਾ। ਕਿਉਂਕਿ ਜਿਵੇਂ ਆਪ ਦੇਖੋਗੇ ਕਰੋਨਾ ਕੋਵਿਡ-19 ਵਿੱਚੋਂ ਅਸੀਂ ਲੰਘ ਰਹੇ ਹਾਂ, ਅਤੇ ਇਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਤਨਾ ਸਪੇਸ ਜਿਹੜਾ ਆ ਉਹ ਛੋਟਾ ਹੋਏਗਾ, ਘਟੇਗਾ, ਉਹਦੇ ਵਿੱਚ ਇਹਦੇ ਫੈਲਣ ਦੇ, ਵਬਾ ਦੇ ਫੈਲਣ ਦੇ ਉਹਦੇ ਜਿਹੜੇ ਸੰਭਾਵਨਾ ਆ, ਪੋਸੀਬਿਲਿਟੀਜ਼ ਨੇ, ਉਹ ਵੱਧ ਨੇ। ਜਿੰਨਾ ਸਪੇਸ ਓਪਨ ਹੋਏਗਾ, ਜਿਵੇਂ ਓਪਨ ਬਾਹਰ ਆ, ਇਹਦੇ 'ਚ ਉਹ ਘਟ ਜਾਏਗਾ। ਸੋ ਐਗਜ਼ੈਕਟਲੀ ਜਿਤਨਾ ਅਸੀਂ ਸਵਾਰਥ ਵਿੱਚ ਬਹੁਤ ਜ਼ਿਆਦਾ, ਜਾਂ ਤੁਸੀਂ ਖੁਦ ਹੀ ਦੇਖੋ, ਜਿਤਨਾ ਬੰਦਾ ਬੜੇ ਟੈਂਸ ਅਤੇ ਬੜੇ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਲਾਕੇ ਵਿੱਚ ਰਹੇਗਾ, ਤੰਗ ਇਲਾਕੇ ਵਿੱਚ, ਤੰਗ ਜਗ੍ਹਾ ਦੇ ਉੱਤੇ ਮੈਲ ਵਧੇਗੀ। ਜਿੱਥੇ ਓਪਨ ਐਨਵਾਇਰਮੈਂਟ ਹੋਏਗਾ, ਓਪਨਨੈਸ ਹੋਏਗੀ, ਮੈਲ ਘਟੇਗੀ। ਇਹ ਕੁਦਰਤੀ ਤੌਰ 'ਤੇ ਹੈ, ਸਾਡੇ ਪੁਆਇੰਟ ਆਫ ਵਿਊ ਦੇ ਵਿੱਚ ਵੀ ਹੈ। ਜਿਤਨਾ ਅਸੀਂ ਸਵਾਰਥੀ ਹੋ ਕੇ, ਹਵਸਗੀਰ ਹੋ ਕੇ, ਮੀਨ ਹੋ ਕੇ, ਬਿਲਕੁਲ ਨਿੱਜ ਪ੍ਰਸਤ ਹੋ ਕੇ ਜੀਣ ਦਾ ਯਤਨ ਕਰਾਂਗੇ, ਮੈਲ ਵੱਧਦੀ ਲੱਗੀ ਜਾਏਗੀ। ਜੇ ਅੱਜ ਸਰਲ ਭਾਵ ਵਿੱਚ ਬਾਤ ਕੀਤੀ ਜਾਏ, ਕਿਉਂਕਿ ਸਵੇਰ ਤੋਂ ਸ਼ਾਮ ਤੱਕ ਜਿਹੜੀਆਂ ਚੀਜ਼ਾਂ ਪੜ੍ਹੀ ਦੀਆਂ ਨੇ, ਸੁਣੀ ਦੀਆਂ ਨੇ, ਉਹੀ ਜ਼ਹਿਨ 'ਚ ਚੱਲਦੀਆਂ ਨੇ। ਐਂਡ ਵੈਨ ਵੀ ਸਪੀਕ, ਡੈਫੀਨੇਟਲੀ ਦੋਜ਼ ਥਿੰਗ ਵਿਲ ਕਮ ਫਰੋਮ ਮਾਊਥ। ਉਹ 'ਚ ਹੈ ਕਿ ਜੇ ਅਸੀਂ ਦੇਖਦੇ ਹਾਂ ਫਾਰਮ ਪ੍ਰੋਟੈਸਟ ਦੀ ਗੱਲ, ਸਾਰੇ ਦੀ ਸਾਰੀ ਐਕਚੁਅਲ ਲੈਵਲ 'ਤੇ ਜਿਹੜਾ ਵੱਡਾ ਉਹਦੇ ਪਿੱਛੇ ਡਰ ਆ, ਜਾਂ ਜਿਹੜਾ ਅਸਲ ਵਿੱਚ ਦਿਸ ਰਿਹਾ, ਐਂਟੀਸਪੇਸ਼ਨ ਹੋ ਰਹੀ ਹੈ, ਜਿਹਦੀ ਵੱਡੀਆਂ ਕਾਰਪੋਰੇਸ਼ਨ ਛੋਟੇ ਲੋਕਾਂ ਨੂੰ ਖਾ ਰਹੀਆਂ ਨੇ, ਤੇ ਦੁਨੀਆ ਪੱਧਰ 'ਤੇ ਚੀਜ਼ ਹੋਈ ਤੁਸੀਂ ਦੇਖੋਗੇ। ਤੇ ਉਹ ਸਾਰਾ ਅਖੀਰ ਸੁੰਗੜ ਕੇ ਕੁਝ ਲੋਕਾਂ ਦੇ ਹੱਥਾਂ 'ਚ ਚਲਾ ਜਾਂਦਾ। ਸਾਡੇ ਕੈਨੇਡਾ ਬਾਰੇ ਅਸੀਂ ਡਾਟਾ ਪੜ੍ਹੋ ਤੇ ਪਤਾ ਲੱਗੇਗਾ ਕਿ ਜਿਹੜਾ ਵੱਡਾ, ਜਿਹਨੂੰ ਕਹਿ ਲਓ ਕਿ ਮੋਟਾ ਚੰਕ ਆ, ਜਿਹੜਾ ਪ੍ਰੋਸਪੈਰਿਟੀ ਜਿਹੜੀ ਦੇਣ ਵਾਲੀਆਂ ਚੀਜ਼ਾਂ ਨੇ, ਰਿਸੋਰਸਿਸ ਨੇ, ਉਹਨਾਂ ਦੀ ਓਨਰਸ਼ਿਪ ਕਿੰਨੇ ਕੁ ਲੋਕਾਂ ਦੇ ਕੋਲ ਆ। ਤੁਸੀਂ ਹੈਰਾਨ ਰਹਿ ਜਾਓਗੇ, ਮਾਤਰ ਤੁਹਾਨੂੰ 70-80 ਤੋਂ ਵੱਧ ਟੱਬਰ ਨਹੀਂ ਮਿਲਣਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਕੀ ਹੈ, ਬੰਦਾ ਇਤਨਾ ਕੁ ਨਿੱਜ ਰੂਪ ਦੇ ਵਿੱਚ ਹਾਵੀ ਹੋ ਜਾਏ ਕਿ ਸਾਰੇ ਕਾਸੇ ਨੂੰ ਇਹੀ ਹਰਨਾਕਸ਼ ਦੀ ਬਿਰਤੀ ਆ, ਹੋਰ ਤੇ ਕੁਛ ਵੀ ਨਹੀਂ। ਜਿਹੜਾ ਮਨੁੱਖੀ ਮਨਾਂ ਦਾ ਸਿਰਜਿਆ ਇਤਿਹਾਸ ਆ, ਜਾਂ ਸਾਡੇ ਪੁਰਖਿਆਂ ਦਾ ਸਿਰਜਿਆ ਇਤਿਹਾਸ ਆ, ਇਹ ਨਿਰਾ ਐਂਟਰਟੇਨਮੈਂਟ ਕਰਨ ਵਾਸਤੇ ਨਹੀਂ ਹੁੰਦਾ। ਕੋਈ ਕਹਾਣੀ ਪੜ੍ਹੀ ਤੇ ਪੜ੍ਹ ਕੇ ਛੱਡ ਦਿੱਤੀ, ਵਾਹ ਵਾਹ ਬੜੇ ਕਮਾਲ ਦੀ ਸਟੋਰੀ ਪਈ, ਵਾਹ 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 ਕਮਾਲ ਹੋ ਗਏ। ਇਸ ਤਰੀਕੇ ਦੇ ਨਾਲ ਮੈਂ ਤਾਂ ਕਹਿੰਦਾ, ਜਿਨ੍ਹਾਂ ਦੇ ਪੁਰਖਿਆਂ ਨੇ ਰਮਾਇਣ ਲਿਖੀ, ਜਾਂ ਮਿਥੀ, ਮਿਥਿਹਾਸ ਹੈ ਨਾ, ਮਿਥੀ ਮਨਾਂ ਨੇ ਮਿਥ ਲਿਆ, ਮਹਾਭਾਰਤ ਲਿਖੀ, ਉਹ ਇਸ ਤਰੀਕੇ ਨਾਲ ਦੇਖੋ। ਕੁਝ ਕਰੈਕਟਰ ਜਿਹੜਾ ਆ ਅੱਜ ਦੀ ਜ਼ਿੰਦਗੀ 'ਚ ਵੀ ਪੋਰਟਰੇਟ ਕਰੋ ਨਾ, ਪੋਰਟਰੇਟ ਕਰੋ। ਜਿਹੜਾ ਤਖਤ 'ਤੇ ਬੈਠਾ ਆ ਉਹ ਅੱਖਾਂ ਤੋਂ ਅੰਨਾ ਆ, ਕੀ ਹੋਏਗਾ? ਸਾਹਮਣੇ ਬੇਪਤੀ ਹੋਏਗੀ,
ਸਾਹਮਣੇ ਜੂਆ ਖੇਡਿਆ ਜਾਏਗਾ, ਮਤਲਬ ਇਹੀ ਹੈ ਸਭ ਕੁਝ ਹਾਰਿਆ ਜਾਏਗਾ। ਤੇ ਕੀ ਹੈ? ਕਿਉਂ? ਕਿਉਂਕਿ ਅੱਖਾਂ ਨਹੀਂ ਕੰਮ ਕਰਦੀਆਂ, ਦਿਸਦਾ ਹੀ ਕੁਝ ਨਹੀਂਗਾ। ਸੋ ਇਹ ਚੀਜ਼ਾਂ ਸੁੱਟ ਪਾਉਣ ਜੋਗੀਆਂ ਕੱਲੀਆਂ ਨਹੀਂ ਹੁੰਦੀਆਂ, ਇਹ ਸਮਝਣ ਵਾਸਤੇ ਹੁੰਦੀਆਂ ਨੇ। ਇੱਥੇ ਜਿਹੜਾ ਪੜ੍ਹਨ ਤੇ ਸਮਝਣ ਦੇ ਵਿਚਕਾਰ ਵਾਲਾ ਨਾਤਾ ਟੁੱਟ ਜਾਂਦਾ, ਜਦੋਂ ਮੈਨੂੰ ਬਹੁਤ ਕਮਾਲ ਦੀ ਬਾਤ ਲੱਗਦੀ ਹੈ, ਕਪੂਰ ਜੀ ਨੇ ਇੱਕ ਜਗ੍ਹਾ ਲਿਖੀ ਸੀਗੀ। ਉਹ ਕਹਿੰਦੇ ਕਦੀ ਜ਼ਮਾਨਾ ਸੀਗਾ ਜਦੋਂ ਟੀਚਰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ, ਬੱਚਿਆਂ ਨੂੰ ਪੜ੍ਹਾਉਣ ਵਾਲੀਆਂ ਕਿਤਾਬਾਂ ਬੱਚਿਆਂ ਦੇ ਨਾਲ ਨਾਲ ਟੀਚਰਸ ਨੂੰ ਵੀ ਸਮਝ ਆ ਜਾਂਦੀਆਂ ਸੀ। ਕਹਿੰਦੇ ਹੁਣ ਤੇ ਉਹ ਸੱਚਾਈ ਇਹ ਹੈ, ਬੱਚਿਆਂ ਨੂੰ ਹੀ ਸਮਝ ਨਹੀਂ ਆਉਂਦੀਆਂ, ਟੀਚਰਸ ਨੂੰ ਸਮਝ ਕਿਵੇਂ ਆ ਜਾਣਗੀਆਂ? ਵਾਟ ਇਜ਼ ਦਿਸ? ਬੰਦਾ ਕਹੇਗਾ ਇਟਸ ਰਬਿਸ਼ ਸੈਂਟੈਂਸ, ਵਾਟ ਆਰ ਯੂ ਟਾਕਿੰਗ ਅਬਾਊਟ? ਭਾਈ ਇੱਕ ਸ਼ੁੱਧ ਮਨ ਹੈ, ਤੁਸੀਂ ਕਦੀ ਦੇਖੋਗੇ ਜਿਹੋ ਜਿਹਾ ਇੱਕ ਬਿਲਕੁਲ ਸ਼ੁੱਧ ਵਿਜ਼ਨਰੀ ਬੱਚਾ ਆ, ਜਿਹੋ ਜਿਹੀ ਇਮੈਜੀਨੇਸ਼ਨ ਉਹਦੀ ਹੁੰਦੀ, ਸਾਡੀ ਹੁੰਦੀ ਨਹੀਂ। ਉਹ ਬਿਲਕੁਲ ਡਿਫਰੈਂਟ ਐਂਗਲ ਤੋਂ ਚੀਜ਼ਾਂ ਲੈ ਕੇ ਆਉਂਦਾ ਹੈ। ਸੋ ਜਿਵੇਂ ਜਿਵੇਂ ਸੰਸਾਰ ਵਿੱਚ ਵਿਚਰਦੇ ਹਾਂ, ਅਸੀਂ ਦੇਖੀਏ ਕਿ ਜਿਹੜਾ ਲੋਕ ਮਨਾਂ ਦਾ ਅਹਿਸਾਸ ਆ, ਇਹਦੇ ਵਿੱਚ ਜੇ ਅਸੀਂ ਪੁਰਾਤਨ ਵਿੱਚੋਂ, ਪੁਰਾਣੇ ਵਿੱਚੋਂ, ਗੁਜਰੇ ਵਿੱਚੋਂ, ਤੇ ਜਿਹੜੀਆਂ ਸਕ੍ਰਿਪਚਰਸ ਨੇ, ਰਾਈਟਿੰਗਸ ਨੇ, ਗੁਰੂ ਗ੍ਰੰਥ ਸਾਹਿਬ ਸਾਡਾ ਤੇ ਗੁਰੂ ਇਸ਼ਟ ਹੈ ਸਾਡਾ, ਤੇ ਸਾਡੀ ਤੇ ਬਲਦੀ ਸ਼ਮਾ, ਅਸੀਂ ਪ੍ਰਕਾਸ਼ ਕਰਦੇ ਹਾਂ। ਤਾਂ ਪ੍ਰਕਾਸ਼ਨਾ ਮੀਨ ਰੌਸ਼ਨੀ। ਸੋ ਇਸ ਰੌਸ਼ਨੀ ਦੇ ਨਾਲ ਆਪਣੇ ਅਕਲ ਦਾ ਦੀਵਾ ਲਿਆ ਕੇ ਲਾਉਣਾ, ਤਾਂ ਕਿ ਇਸ ਰੌਸ਼ਨੀ ਦੇ ਨਾਲ ਉਹ ਪ੍ਰਜਵਲਿਤ ਹੋ ਸਕੇ, ਆਪਣੀ ਮਤ ਗੁਰਮਤ ਹੋ ਸਕੇ। ਨਹੀਂ ਤੇ ਮਨਮਤ ਜਿਹੜੀ ਮਾਰੇਗੀ ਸਾਨੂੰ। ਸੋ ਇਸ ਚੀਜ਼ ਦੇ ਨਾਲ ਬੰਦਾ ਅਹਿਸਾਸ ਕਰੇ ਇਸ ਰੂਪ ਦੇ ਵਿੱਚ, ਤੇ ਫਿਰ ਚੀਜ਼ਾਂ ਸਮਝ ਆਉਂਦੀਆਂ ਨੇ। ਪਰ ਹੈ ਕੀ ਹੈ ਕਿ ਜਦੋਂ ਤੁਸੀਂ ਸਾਰੇ ਨੂੰ ਦੇਖਦੇ ਹੋ, ਬਾਤ ਕਰ ਰਿਹਾ ਸੀ ਕਿ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਲੋਕ ਆ ਕੇ ਖੜ ਰਹੇ ਨੇ। ਕਿਉਂ ਖੜ ਰਹੇ ਨੇ ਭਾਈ? ਇਸ ਕਰਕੇ ਖੜ ਰਹੇ ਨੇ ਕਿਉਂਕਿ ਦੁਨੀਆ ਭਰ ਦਾ ਸਰਮਾਇਆ ਇਕੱਠਾ ਕਰਕੇ ਤੇ ਕਲਟ ਬਣ ਗਿਆ ਹੈ। ਐਮਾਜ਼ੋਨ ਦੀ ਗੱਲ ਹੁੰਦੀ ਹੈ, ਰੀਸੈਂਟਲੀ ਫੈਮਿਲੀ ਲਾਂਡਰੀ ਹੋ ਰਹੀ ਸੀ ਓਪਨਲੀ। ਕੁਝ ਸਮਾਂ ਪਹਿਲਾਂ ਤੁਸੀਂ ਦੇਖਿਆ ਹੋਣਾ, ਪਰਿਵਾਰ ਦੇ ਤੌਰ 'ਤੇ ਕੀ ਹਾਲਾਤ ਬਣ ਗਏ ਸੀਗੇ। ਸਾਡੇ ਉੱਥੇ ਮੈਗਨਾ ਵਾਲੇ ਹੁੰਦੇ ਸੀਗੇ, ਕੀ ਹਾਲਤ ਬਣੀ। ਮਤਲਬ ਇਹ ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਸੀ ਨਾ ਵੀ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਜਿਹੜਾ ਬਹੁਤੀ ਦਾ ਰੰਗ ਹੈ ਨਾ, ਇਹ ਜ਼ਰੂਰ ਕਿਤੇ ਘੱਟ ਜਾਂ ਵੱਧ ਹੁੰਦਾ ਆ। ਤੇ ਇਸੇ ਸਰਮਾਏਦਾਰੀ ਦੀ ਹੋਰ ਭਾਰਤੀ ਖਿੱਤੇ 'ਚ ਹਮਲਾਵਰ ਆਉਂਦੇ ਰਹੇ, ਲਟੇਰੇ ਬਣ ਕੇ, ਖੁਰਾਸਾਨ ਤੋਂ, ਮੰਗੋਲ ਤੋਂ, ਯੂਨਾਨ ਤੋਂ, ਇਰਾਕ ਤੋਂ, ਈਰਾਨ ਤੋਂ, ਅਫਗਾਨ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਤੁਰੇ ਆਉਂਦੇ ਨੇ। ਕਾਹਦੇ ਵਾਸਤੇ? ਮੁੱਖ ਰੂਪ ਵਿੱਚ ਕਾਰਜ ਕੀ ਸੀਗਾ? ਲੁੱਟਣਾ। ਲਟੇਰੇ ਬਣ ਕੇ ਸਭ ਯੂਰਪ ਤੋਂ ਲੋਕ ਗਏ ਲੁੱਟਣਾ, ਤੇ ਲੁੱਟ ਕੇ ਕੀ ਹੈ, ਇਹ ਸਾਰਾ ਕੁਝ ਆਪਣੀ ਝੋਲੀ ਪਾ ਲਈਏ। ਫਿਰ ਸਾਡਾ ਸਭ ਚੀਜ਼ਾਂ 'ਚ, ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਬੜੀ ਕਮਾਲ ਦੀ ਰਚਨਾ ਆ, ਮੈਂ ਕਿਹਾ ਹੁਕਮ ਬੁੱਝ ਲੈ। ਹੁਕਮ ਇਹੀ ਹੈ, ਜਿੰਨਾ ਸਾਡੇ ਕੋਲ ਪਸਰਿਆ ਹੋਇਆ ਸਭ ਕੁਛ ਹੈ ਪਸਾਰਾ, ਇਹਨੂੰ ਤੁਸੀਂ ਸਮਝੋਗੇ, ਆਪਣੇ ਜੀਣ ਦੀ ਚੀਜ਼ ਸਮਝ ਆ ਜਾਏਗੀ, ਜੀਣਾ ਕਿਵੇਂ ਹੈ। ਜਿਵੇਂ ਭਾਈ ਗੁਰਦਾਸ ਜੀ ਬਿਆਨ ਕਰਦੇ, ਉਹ ਕਹਿੰਦੇ ਜੈਸੇ ਧਰ ਖੋਦ ਖੋਦ ਬਿਲ ਸਾਜੇ ਮੂਸਾ, ਪੈਸਤ ਸਰਪ ਤਾਏ ਖਾਏ ਤਾਂ ਹੈ ਮਾਰ ਕੇ। ਬਸ ਉਹਨਾਂ ਨੇ ਕਾਫੀ ਐਗਜ਼ਾਮਪਲਾਂ ਦਿੱਤੀਆਂ, ਪਰ ਮੈਂ ਇੱਕ ਯੂਨੀਕ ਦੇ ਰਿਹਾ ਐਗਜ਼ਾਮਪਲ ਵਿੱਚ। ਉਹ ਕਹਿੰਦੇ ਜੈਸੇ ਧਰ ਖੋਦ ਖੋਦ ਬਿਲ ਸਾਜਾ ਮੂਸਾ, ਚੂਹਾ ਜਿਹੜਾ ਆ ਉਹ ਬੜੀ ਡੂੰਘੀ ਖੁੱਡ ਲੈ ਜਾਂਦਾ। ਇੱਥੋਂ ਤੱਕ ਹੀ ਮੰਨਿਆ ਜਾਂਦਾ ਕਿ ਜਿਹੜੇ ਬਹੁਤ ਇੱਕ ਚਲਾਕ ਸ਼੍ਰੇਣੀ ਦੇ ਚੂਹੇ ਨੇ, ਮਾਫੀ ਚਾਹਾਂਗਾ, ਸ਼ਾਇਦ ਤੁਹਾਨੂੰ ਪਤਾ ਹੋਏ ਕਿ ਡਿਊਰਿੰਗ ਦਾ ਪੈਂਡੈਮਿਕ ਇਹ ਸਾਰਾ ਫੈਲਣ ਕਰਕੇ ਚੂਹਿਆਂ ਦੇ 'ਚ ਇੱਕ ਕ੍ਰਾਈਸਿਸ ਆਇਆ ਇੱਥੇ ਨਾਰਥ ਅਮਰੀਕਾ 'ਚ ਬੜਾ ਵੱਡਾ, ਕਿਉਂਕਿ ਜਿਹੜੀਆਂ ਵੱਡੀਆਂ ਰੈਸਟੋਰੈਂਟ ਜਾਂ ਹੋਰ ਚੇਨ ਸੀਗੀਆਂ ਉਹ ਇੱਕਦਮ ਬੰਦ ਹੋ ਗਈਆਂ, ਅਤੇ ਉਹਨਾਂ ਨੂੰ ਫੂਡ ਦੀ ਕਿੱਲਤ ਆ ਗਈ, ਅਤੇ ਉਹਨਾਂ ਨੇ ਖਾਸ ਕਰਕੇ ਅਰਬਨ ਏਰੀਏ ਵੱਲ ਜਿਹੜੀ ਹੈ ਉਹ ਆਪਣੀ ਧੱਕ ਪਾਈ ਉਹਨਾਂ ਨੂੰ, ਕਿਉਂਕਿ ਫੂਡ ਤਾਂ ਚਾਹੀਦਾ ਨਾ। ਅਤੇ ਸਾਨੂੰ ਲੱਗਦਾ ਕਿ ਨਹੀਂ ਇਹ ਤਾਂ ਸਭ ਠੀਕ ਹੈ ਇਸ ਤਰੀਕੇ ਨਾਲ। ਬੜੀ ਵੱਡੀ ਪਾਪੂਲੇਸ਼ਨ ਆ ਉਹਨਾਂ ਦੀ, ਅਤੇ ਉਹਨਾਂ ਦਾ ਇੱਕ ਬੜਾ ਵੱਡਾ ਹਿੱਸਾ ਇਸ ਈਕੋਸਿਸਟਮ ਦੇ 'ਚ ਵੀ ਚੇਤੇ ਰੱਖੀਏ। ਸੋ ਇਸ ਕਰਕੇ ਚੂਹਿਆਂ 'ਚ ਵੀ ਕਈ ਨਸਲਾਂ ਨੇ। ਮੈਂ ਤਾਂ ਇੱਕ ਪੂਰਾ ਸ਼ੋਅ ਇਹਦੇ 'ਤੇ ਜਿਹੜਾ ਹੈਗਾ ਡਾਕੂਮੈਂਟ ਕੀਤਾ ਹੋਇਆ ਦੇਖਿਆ, ਮੈਂ ਤਾਂ ਹੈਰਾਨ ਰਹਿ ਗਿਆ ਵੀ ਕਿਆ ਕਮਾਲ ਆ ਸਾਇੰਟਿਸਟ ਦੀ ਵੀ, ਜਿਹੜੇ ਖਾਸ ਕਰਕੇ ਇਸ ਬਾਇਓਡਾਇਵਰਸਿਟੀ ਨੂੰ ਸਮਰਪਿਤ ਹੋ ਕੇ ਕੰਮ ਕਰਦੇ ਨੇ। ਅਦਰਵਾਈਜ਼ ਬੰਦਾ ਸੋਚਦਾ ਹੂ ਕੇਅਰ, ਚੂਹੇ ਹੀ ਨੇ ਨਾ, ਆਪਾਂ ਨੂੰ ਕਾਹਦੀ ਕੇਅਰ ਹੈ। ਮਤਲਬ ਬਾਏ ਚਾਂਸ ਬਾਤ ਆਈ ਹੈ ਬਾਇਓ ਇੰਜੀਨੀਅਰਿੰਗ 'ਤੇ, ਮੈਨੂੰ ਮੈਂ ਇੱਕ ਮਾਸਟਰ ਦੇ ਗੁਰੂ ਯਾਦ ਹੈ, ਉੱਥੇ ਜਿਹੜਾ ਹੈਗਾ ਪੜ੍ਹਨ ਦੇ ਦੌਰਾਨ
कुछ चीज़ां ऐसियां चीज़ां पता लगियां। एक उत्थे रिसर्च स्कॉलर सीगी बायोलॉजिकल ते फार्माकोलॉजिकल साइड दे उत्ते, तो उन्हें एक कमाल की चीज़ दसी। वो कहीं गल ये सीगा कि उत्थे डिबेट ये चल रही कि सानू मनुखां नूं ते रिसर्च करने का टाइम नहीं हैगा प्रॉपरली, तो असी बोटैनिक साइंस इन्ना पैसा लगा रहे हैं, असी जिहड़ा हैगा बायोडाइवर्सिटी खास करके वाइल्ड जिहड़ी लाइफ आ उन्होंने रिसर्च कर रहे हैं, सारा की फायदा दा, छड्डो परां, इन्हां च कोई बैनीफिट नहीं हैगा। उन्हें एक यूनीक एग्जाम्पल की थी, तो कहती मैं तुहानूं इसे यूनिवर्सिटी की एग्जाम्पल देनी हो, तो ग्रुप डिस्कशन दे कहती एग्जाम्पल यह है कि इत्थे जिहड़ा कुछ साडे इत्थे हैमिल्टन दे कुछ वाटर पॉन्ड्स ने, तो उन्हां दे विच जिहड़े फ्रॉग हुंदे ने, ते उन्हां फ्रॉग्स दे उत्ते साडा एक रिसर्च प्रोजैक्ट चल रहा सी, कहती मैं लीड कर रही सी। तो करदियां करदियां की होया कि वो फ्रॉग्स नूं जदों टेस्ट किया तो उन्हां दे च थोड़ा जिहा शायद तुहानूं पता होएगा कि फ्रॉग थोड़ा पॉइजन जिहड़ा हैगा वो कैरी करदा है। उन्हें देखिया उहदे विच पॉइजन की मिकदार ज़्यादा आ। हाउ कम, कोई बीमारी तो नहीं, खैर ये हो सकता बीमार होए, इनू छड्डो, दूजे नूं फड़ो, तीजे नूं फड़ो। उन्होंने एक वड्डी जिहड़ी है कीती, तो पता लगा भी नहीं नहीं सारियां च ज़्यादा आ। दैट्स नॉट नॉर्मल, ये अननैचुरल आ, ये एवें नहीं हो सकता अकॉर्डिंग टू साडियां पास्ट रिसर्च के मुताबिक, कि मैच नहीं करती चीज़। फिर बात की हुई, करद्या करद्या अगे गल वधी, होर स्कॉलर्स इनवॉल्व हुए, सब कुछ। अखीर बात यह हुई कि हैमिल्टन के उतले पासे एयरपोर्ट वाले पासे उन्होंने देखा कि एक उत्थे जिहड़ा आ एमरजेंसी जिहड़े खास करके पैसेंजर प्लेन्स ने, इन्हां दी फायर ड्रिल हुंदी है। ये कैनेडा च वक्रे वक्रे डिफरेंट एयरपोर्ट्स बने ने कि एमरजेंसी वास्ते प्रैपरेशन करने लई, इन केस कोई एमरजेंसी लैंडिंग होए तो फ्लाइट इज ऑन एक्चुअली फायर, दैन हाउ वी कैन एक्चुअली सेव द लाइव्स, हाउ कैन वी एक्चुअली प्रोटैक्ट दोज पैसेंजर्स, वो वास्ते तो वो ट्रेनिंग लगातार चलती, वो एक प्रोटोकॉल है फॉलो करते लगातार। ਉਹਦੇ ਵਿੱਚ ਕੀ है, ਉਹਦੇ 'ਚ ਇੱਕ ਖਾਸ ਕਿਸਮ ਦੇ ਪਾਣੀ ਦੇ ਵਿੱਚੋਂ ਕੈਮੀਕਲ ਇੱਕ ਫਾਰਮ ਯੂਜ਼ ਕਰਦੇ ਨੇ, ਜਿਹੜੀ ਉਹ ਖਾਸ ਕਰਕੇ ਉਹ ਕੈਮੀਕਲ ਯੂਜ਼ ਕਰਦੇ ਨੇ, ਉਹ ਰਿਸ ਕੇ ਹੌਲੀ ਹੌਲੀ ਜਿਹੜੇ ਆਲੇ ਦੁਆਲੇ ਦੇ ਪੌਂਡ ਨੇ ਉਹਨਾਂ ਵਿੱਚ ਜਾ ਰਿਹਾ ਆ। ਉਹਨਾਂ ਵਿੱਚ ਜਾਣ ਕਰਕੇ ਉਸ ਕੈਮੀਕਲ ਨੂੰ ਇਸ ਦੇ ਨਾਲ ਜਿਹੜਾ ਹੈਗਾ ਇਹਨਾਂ ਵਾਈਲਡ ਲਾਈਫ ਦੇ ਨਾਲ, ਤੇ ਖਾਸ ਕਰਕੇ ਇਹਨਾਂ ਜਿਹੜੇ ਫਰੋਗਸ ਨੇ ਇਹਨਾਂ ਦੇ ਉਹਦੇ 'ਚ ਜਿਹੜਾ ਐਕਸਪੋਜ਼ਰ ਮਿਲਣ ਕਰਕੇ ਇਹਨਾਂ 'ਚ ਆ ਚੀਜ਼ ਵੱਧ ਰਹੀ ਹੈ। ਉਸ ਤੋਂ ਬਾਅਦ ਨੋਟ ਓਨਲੀ ਇਨ ਕੈਨੇਡਾ, ਆਲ ਓਵਰ ਦਾ ਗਲੋਬ ਦੇ ਐਕਚੁਅਲੀ ਮੈਂਸ਼ਨਡ ਦੀਜ਼ ਜਿਹੜੀਆਂ ਨੇ ਉਹਨਾਂ ਦੀਆਂ ਰਿਕਮੈਂਡੇਸ਼ਨਸ ਨੇ ਵੱਡੇ ਲੈਵਲ 'ਤੇ। ਉਹ ਕਹਿੰਦੇ ਯੂਰਪ ਅਤੇ ਨਾਰਥ ਅਮਰੀਕਾ ਤੋਂ ਉਹਨਾਂ ਨੇ ਫੋਲੋ ਕਰ ਰਿਹਾ। ਸੋ ਇਹੋ ਜਿਹੀਆਂ ਚੀਜ਼ਾਂ ਉਹ ਕਹਿੰਦੇ ਜੇ ਇਹਦੇ 'ਤੇ ਅਸਰ ਆ, ਫਿਰ ਕੱਲ੍ਹ ਨੂੰ ਅੱਗੇ ਚੇਨ ਚੱਲੇਗੀ, ਅਖੀਰ ਮਨੁੱਖ ਤੱਕ ਅਸਰ ਆਏਗਾ। ਸੋ ਇਸ ਲਈ ਜਿਹੜਾ ਦੇਖੋ, ਫਿਰ ਗੁਰਬਾਣੀ ਨੂੰ ਮੈਂ ਨਾਲ ਅੰਗੇਜ ਕਰਾਂਗਾ। ਸਾਇੰਟੀਫਿਕ ਵਰਲਡ 'ਚ ਗੁਰਬਾਣੀ ਕਿਆ ਕਮਾਲ ਹੈ। बाबा कबीर का बचन है, कबीर पारोसी के जो हुआ तू अपने पी जान। असी कहने गवांढी घर है मच्छी रहने दे, सानू की है। वो कहते नहीं नहीं नहीं, वो घर बुझा जाके। क्यों बाबा कबीर, मैनू की लोड़ पई है, मैं क्यों, इट्स नन ऑफ माई बिजनेस, इट्स देयर ओन बिजनेस, लैट देम हैंडल, लैट देम डू। कहते नो नो, गल है जे ओदे घर अग लगी है ना, जे उत्थे ना बुझी तेरे घर आएगी। कोविड-19 कितों शुरू होया सी? वुहान तो, एक छोटे जी सिटी तो, एक छोटी जी मार्केट तो। उस वक्त चर्चा वर्ल्ड वाइड हो रही नहीं नहीं ये एवं कॉन्सपरेसी ये इस तरीके नाल है, इस तरीके नाल। उदों ही पता लगा जो यूरोप के विच ते इटली दे मौतां दियां मौतां फैल गई 4 चपेरे। हालत ये बन गई कि डर दे साए च न्यूयॉर्क दे विच पूरा मैडिकल सिस्टम शट डाउन हो गया। जिथे लगी उत्थे बुझाउंदे ते की हालत होनी सी। गुरबाणी कमाल है। खैर मैं बैक टू अपने जी बात कर रहा सी भाई गुरदास जी के उत्ते आवां। हर एक जी जानवरों की दुनिया वो भी वक्री वक्री किस्म दी किस्मां ने। जिहड़े सब तो चलाक ते सियाणे चूहे हुंदे मन्ने जांदे ने, उन्हां बारे कहा जाता है कि जैसे तर खोद खोद बिल साजे मूसा, चूहा धरती खोद खोद के बिल्कुल कहते ने जिथे पानी हुंदा है पानी तक अपनी खुड ले जाता है, तो वह पानी तक खुड ले जाके फिर की करता है, फिर वो
ਜਿੰਨੇ ਆਲੇ ਦੁਆਲੇ ਖੇਤਾਂ ਦੇ ਵਿੱਚ ਅਨਾਜ ਹੁੰਦਾ, ਹੁਣ ਤੇ ਵਸੋਂ ਵੱਧ ਗਈ ਇਸ ਕਰਕੇ ਸਾਨੂੰ ਇੱਥੇ ਲੱਗਦਾ, ਅਦਰਵਾਈਜ਼ ਵਾਈਲਡ ਦੇ ਵਿੱਚ ਤੇ ਜਿਹੜੇ ਨੇ ਮੈਂ ਤਾਂ ਸਟੱਡੀ ਪੜ੍ਹ ਰਿਹਾ ਸੀਗਾ, ਪਤਾ ਨਹੀਂ ਕਿਤਨੇ ਟ੍ਰਿਲੀਅਨ ਟਨਸ ਜਿਹੜਾ ਆ ਉਹ ਦੁਨੀਆ ਭਰ ਦਾ ਜਿਹੜਾ ਅਨਾਜ ਆ ਉਹ ਚੂਹਿਆਂ ਦੇ ਹਿੱਸੇ ਜਾਂਦਾ, ਟ੍ਰਿਲੀਅਨਸ ਆਫ ਟਨਸ, ਇਹ ਨਹੀਂ ਛੋਟਾ ਮੋਟਾ, ਇਤਨਾ ਹੀ ਜ਼ਿਆਦਾ ਜਿਹੜਾ ਹੈਗਾ ਉਹ ਅੰਨ ਨੂੰ ਉਹ ਕਿਉਂਕਿ ਉਹਨਾਂ ਨੇ ਕੰਜ਼ਿਊਮ ਕਰਨਾ ਹੈ। ਸੋ ਫਿਰ ਉਹ ਖੁੱਲ੍ਹੇ ਖੇਤਾਂ ਦੇ ਵਿੱਚ ਭਾਈ ਗੁਰਦਾਸ ਜਿਵੇਂ ਐਗਜ਼ਾਮਪਲ ਕਰਦੇ ਕਿ ਉਸਨੇ ਝੋਨਾ, ਉਸਨੇ ਵੱਖਰੀਆਂ ਵੱਖਰੀਆਂ ਫਸਲਾਂ, ਬਾਜਰਾ, ਜਵਾਰ, ਹਰ ਤਰ੍ਹਾਂ ਦਾ ਅਨਾਜ ਉਹ ਆਪਣੀ ਬਿੱਲ 'ਚ ਲਈ ਜਾ ਰਿਹਾ, ਹਰ ਤਰ੍ਹਾਂ ਦਾ ਅਨਾਜ ਲਈ ਜਾ ਰਿਹਾ। ਅਤੇ ਉਹ ਇਹ ਕਹਿ ਰਿਹਾ ਕਿ ਇਹ ਸਾਰਾ ਕੁਝ ਲਿਜਾਂਦਿਆਂ ਹੋਇਆਂ, ਮੈਨੂੰ ਯਾਦ ਹੈ ਸਾਡੇ ਕੋਲ ਇੱਕ ਵਾਰੀ ਖੇਤਾਂ 'ਚ ਕੰਮ ਕਰਦਿਆਂ ਹੋਇਆਂ ਇੱਕ ਬਿਹਾਰ ਤੋਂ ਲੇਬਰ ਸੀਗੀ ਅਤੇ ਉਹਨਾਂ ਦੇ ਉਹ ਖਾਸ ਨੇਪਾਲ ਦੇ ਏਰੀਏ 'ਚੋਂ ਆਏ ਸੀ। ਉਹਨਾਂ ਦੇ ਕਲਚਰ ਦਾ ਜਿਹੜਾ ਫੂਡ ਚੇਨ ਦਾ ਹਿੱਸਾ ਹੁੰਦਾ ਹੈ ਉਹ ਚੂਹੇ ਸੀਗੇ, ਅਤੇ ਉਹ ਪਹਿਲਾਂ ਤਾਂ ਦਿਨੇ ਝੋਨਾ ਵੱਢਦੇ ਅਤੇ ਉਹ ਝਾੜਦੇ, ਸ਼ਾਮ ਪੈਂਦੀ ਅਤੇ ਉਹ ਸਿੱਧੇ ਤੌਰ 'ਤੇ ਜਿਹੜਾ ਹੈਗਾ ਉਹ ਚੂਹੇ ਲੱਭਣ ਲਈ ਤੁਰ ਜਾਂਦੇ, ਅਤੇ ਉਹਦੇ ਲਈ ਉਹ ਫਿਰ ਜਗ੍ਹਾ ਪੱਟਦੇ, ਬੜੇ ਬੜੇ ਖੱਡੇ ਖੋਦਦੇ, ਬਹੁਤ ਸਾਰੀਆਂ ਚੀਜ਼ਾਂ ਕਰਦੇ। ਖੈਰ ਉਹ ਹੋਇਆ ਇਹ ਕਿ ਉਹਨਾਂ ਨੇ ਇੱਕ ਦੋ ਜਗ੍ਹਾ 'ਤੇ ਖੱਡੇ ਖੋਦੇ, ਅਤੇ ਮੈਨੂੰ ਵੀ ਯਾਦ ਹੈ, ਮੈਂ ਹੁੰਦਾ ਤਾਂ ਬਹੁਤ ਛੋਟਾ ਸੀਗਾ ਪਰ ਮੈਨੂੰ ਅਜੇ ਵੀ ਮੇਰੇ ਜ਼ਿਹਨ 'ਚ ਹੈ, ਇੱਕ ਜਗ੍ਹਾ ਤੋਂ ਉਹਨਾਂ ਨੇ ਕੋਈ ਚੂਹੇ ਫੜੇ ਅਤੇ ਥੱਲੇ ਦੇਖਿਆ ਉੱਥੇ ਕੋਈ ਅਰਾਊਂਡ 5-7 ਕਿਲੋ ਅਨਾਜ ਪਿਆ, ਅਤੇ ਅਨਾਜ ਇਹ ਨਹੀਂ ਜਿਸ ਖੇਤ 'ਚ ਉਹਨਾਂ ਨੇ ਪੱਟਿਆ ਉਸੇ ਖੇਤ ਦਾ ਅਨਾਜ ਹੋਏਗਾ, ਨੋ ਨੋ ਨੋ, ਉਹ ਤਾਂ ਪਤਾ ਨਹੀਂ ਕਿੰਨੀ ਕਿੰਨੀ ਦੂਰ ਤੱਕ, ਕਿਉਂਕਿ ਝੋਨੇ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਲਾਈਆਂ ਜਾਂਦੀਆਂ ਨੇ, ਜਵਾਰ, ਬਾਜਰਾ, ਕਿਤਨਾ, ਤੇ ਇਕੱਲਾ ਇਹੀ ਨਹੀਂ, ਪਿਛਲੀ ਫਸਲ ਦੀਆਂ ਬਾਲੀਆਂ ਕਣਕ ਦੀਆਂ ਪਈਆਂ ਨੇ ਉੱਥੇ। ਉੱਥੇ ਜਿਹੜਾ ਸ਼ਟਾਲਾ ਹੁੰਦਾ ਆ ਬਰਸੀਨ, ਉਹਦੇ ਵਿੱਚ ਉਹ ਚੀਜ਼ਾਂ ਪਈਆਂ ਨੇ, ਇੰਤਹਾ ਜੌਆਂ ਦੇ ਸਿੱਟੇ ਪਏ ਨੇ, ਮਤਲਬ ਇਤਨਾ ਮਲਟੀਗ੍ਰੇਨ ਤੁਸੀਂ ਕਹਿ ਲਓ ਕਿ ਉੱਥੇ ਪੂਰਾ ਦਾ ਪੂਰਾ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਫੂਡ ਸਟੋਰੇਜ ਕੀਤੀ ਸਾਰੀ। ਉਹ ਕਹਿੰਦੇ ਕਿ ਉਹ ਸਾਰੇ ਤਰ੍ਹਾਂ ਦਾ ਅਨਾਜ ਇਕੱਠਾ ਕਰਕੇ ਚੂਹਾ, ਅਤੇ ਪਾਣੀ ਦਾ ਸੋਰਸ ਵੀ ਉਹਦੇ ਕੋਲ ਹੈਗਾ ਥੱਲੇ ਉਸ ਰੂਪ ਦੇ ਵਿੱਚ, ਅਤੇ ਉਹ ਫਿਰ ਸੋਚਦਾ ਇਹ ਆ ਵੀ ਹੁਣ ਭਾਵੇਂ ਸਾਰੀ ਦੁਨੀਆ 'ਚ ਕਾਲ ਪੈ ਜਾਏ, ਮੈਂ ਤਾਂ ਹੁਣ ਬਿਲਕੁਲ ਸੁਰਖਰੂ ਹਾਂ, ਮੈਨੂੰ ਤਾਂ ਹੁਣ ਕੋਈ ਜਿਹੜਾ ਹੈ ਕਿਸੇ ਦੁਨੀਆ ਦੀ ਕੋਈ ਕਿਸੇ ਕਿਸਮ ਦੇ ਨਾਲ ਖਤਰਾ ਨਹੀਂ ਹੈ। ਭਾਈ ਗੁਰਦਾਸ ਜੀ ਕਹਿੰਦੇ ਨਹੀਂ, ਸੱਚ ਇਹ ਨਹੀਂ ਹੈਗਾ, ਕਾਲ ਅਜਿੱਤ ਹੈ, ਚੇਤੇ ਰੱਖ, ਕਿਉਂਕਿ ਤੂੰ ਹੁਕਮ ਨਹੀਂ ਸਮਝਿਆ। ਜਿਹੜੇ ਗੁਰੂ ਸਾਹਿਬ, ਜਿਹੜੇ ਭਗਤ ਸਾਹਿਬਾਨ, ਜਿਹੜੇ ਯੋਧੇ, ਸੂਰਮੇ, ਦਲੇਰ ਧਰਤੀ 'ਤੇ ਆਏ ਸਾਡੇ ਘਰ ਵਿੱਚ ਨੇ, ਉਹਨਾਂ ਨੇ ਸਿਕੰਦਰ ਬਣਨ ਦਾ ਯਤਨ ਨਾ ਕੀਤਾ, ਜ਼ਮੀਰ ਫਰੋਸ਼ ਹੋ ਕੇ ਆਪਣੇ ਲਈ ਮਹਿਲ ਵਾੜੀਆਂ ਤੇ ਸੁੱਖ ਸਕੂਨ ਨਾ ਖਰੀਦੇ। ਕਿਉਂ? ਕਿਉਂਕਿ ਉਹਨਾਂ ਨੂੰ ਕਾਲ ਦਿਸਦਾ ਆ, ਉਹ ਹੁਕਮ ਨੂੰ ਸਮਝਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਮੁਗਲ ਸਲਤਨਤ ਨਾਲ ਮਿਲ ਜਾਂਦੇ, ਕੀ ਲੋੜ ਸੀ ਗਰੀਬਾਂ ਦੀ ਲੜਾਈ ਲੜਨ ਦੀ? ਕੀ ਲੋੜ ਸੀ ਉਸ ਧਰਤੀ ਦੇ ਉੱਤੇ ਲੋਕਾਂ ਨੂੰ ਹੱਕ ਹਕੂਕ ਦਿਵਾਉਣ ਦੀ? ਪਰ ਉਹਨਾਂ ਨੂੰ ਪਤਾ ਸੀਗਾ ਇਹ ਲਾਈਫ ਦਾ ਸਪੈਨ ਬੜਾ ਛੋਟਾ ਜਿਹਾ, ਅੱਜ ਹੈਗੇ ਹਾਂ ਕੱਲ੍ਹ ਨਹੀਂ ਹੋਵਾਂਗੇ। ਜੇ ਕੁਦਰਤ ਨੇ ਆ ਜੀਵਨ ਦਿੱਤਾ ਹੈ ਤੇ ਕੁਝ ਸੋਝੀ ਗੁਰੂ ਵੱਲੋਂ ਮਿਲੀ ਹੈ, ਇਹ ਇਸਤੇਮਾਲ ਕਰਾਂ। ਸੋ ਜਿਹੜੀ ਬਾਤ ਹੋਈ ਕਿ ਭਾਈ ਗੁਰਦਾਸ ਜੀ ਜ਼ਿਕਰ ਕਰਦੇ, ਕਹਿੰਦੇ ਜੈਸੇ ਤਰ ਖੋਦ ਖੋਦ ਬਿਲ ਸਾਜੇ, ਮੂਸਾ ਪੈਸਤ ਸਰਪ ਤਾਏ ਖਾਏ ਤਾਹੇ ਮਾਰ ਕੇ। ਉਸੇ ਖੁੱਡ ਦੇ ਵਿੱਚ ਆਪਨੇ ਦੇਖਿਆ ਹੋਵੇਗਾ ਸੱਪ ਵੀ ਖੁੱਡੇ 'ਚ ਰਹਿੰਦਾ, ਚੂਹਾ ਵੀ ਖੁੱਡੇ 'ਚ ਰਹਿੰਦਾ। ਸੱਪ ਕਦੀ ਖੁੱਡ ਨਹੀਂ ਬਣਾਉਂਦਾ, ਕਿਉਂਕਿ ਸੱਪ ਤੋਂ ਖੁੱਡ ਬਣ ਹੀ ਨਹੀਂ ਸਕਦੀ, ਉਹਦੇ ਕੋਲ ਕਿਹੜਾ ਕੁਦਰਤ ਨੇ ਉਹਨੂੰ ਪੈਰ ਦਿੱਤੇ ਨੇ, ਨਾ ਉਹ ਮੂੰਹ ਨਾਲੇ ਨਹੀਂ ਮਿੱਟੀ ਕੱਢ ਸਕਦਾ। ਉਹ ਤੇ ਅਸਲ ਵਿੱਚ ਚੂਹੇ ਦੀ ਬਣਾਈ ਖੋਡੇ 'ਚ ਹੀ ਰਹਿੰਦਾ ਹੈ, ਚੂਹਾ ਬਣਾਉਂਦਾ ਰਹਿ ਜਾਂਦਾ, ਫਿਰ ਉਹਦੇ 'ਚ ਸੱਪ ਆ ਜਾਂਦਾ। ਜਦੋਂ ਸੱਪ ਆਉਂਦਾ ਹੈ ਉਦੋਂ ਚੂਹਾ ਭੱਜਣ ਲਈ ਥਾਂ ਲੱਭਦਾ। ਪਰ ਹਕੀਕਤ ਇਹ ਹੈ, ਕਹਿੰਦੇ ਕੱਲਾ ਚੂਹਾ ਉਹ ਜਿਹੜਾ ਸੱਪ ਆ ਉਹਦੇ ਘਰ ਬਣਾਏ ਵਿੱਚ ਨਹੀਂ ਰਹਿੰਦਾ, ਬਲਕਿ ਉਹਨੂੰ ਵੀ ਮਾਰ ਕੇ ਪਹਿਲਾਂ ਖਾਂਦਾ ਉਸ ਰੂਪ ਦੇ ਵਿੱਚ। ਜਿਹੜੇ ਲੋਕ ਇਸ ਕਿਸਮ ਦੇ ਕਲਟ ਬਿਲਟ ਕਰਦੇ ਨੇ ਨਾ, ਕਿਸੇ ਲੈਵਲ 'ਤੇ ਵੀ ਹੋਣ, ਐਂਡ ਐਸਾ ਹੀ ਹੈਗਾ ਆ, ਇੱਕ ਜ਼ੰਗੇਜ਼ੀ ਨਸ਼ਾ ਆ। ਉਹ ਭਾਵੇਂ ਕੱਲ ਕਿਸੇ ਸਿਆਸੀ ਤੌਰ 'ਤੇ ਬੜੇ ਡਾਇਰੈਕਟ ਦਿਸਦੇ, ਕਰੂਅਲ ਅਤੇ ਬਰੂਡਲ ਲੈਵਲ 'ਤੇ ਦਿਸਦਾ ਸੀਗਾ ਵੀ ਕੋਈ ਤਲਵਾਰ ਚੁੱਕ ਕੇ ਅਤੇ ਕੋਈ ਇਲਾਕਾ ਇਨਵੇਡ ਕਰਨ ਲਈ ਚਲਾ ਗਿਆ, ਕੋਈ ਇਸ ਤਰੀਕੇ ਨਾਲ ਲੋਕਾਂ ਨੂੰ ਲੁੱਟਣ ਚਲਾ ਗਿਆ, ਸਭ ਕੁਝ। ਅੱਜ ਬੜੇ ਸਫਿਸਟੀਕੇਟਡ ਅਤੇ ਬੜੇ ਜਿਹੜਾ ਹੈਗਾ ਸੌਫਟਨ ਵੇ ਦੇ ਨਾਲ ਇੱਕ ਡਿਫਰੈਂਟ ਵੈਪਨ ਆਫ ਲਾ, ਮਤਲਬ ਕਾਨੂੰਨ ਦੇ ਜਿਹੜੇ ਹਥਿਆਰ ਨੇ, ਇਹਨਾਂ ਦੇ ਜ਼ਰੀਏ, ਲੀਗਲ ਟਰਮਨੋਲੋਜੀ ਦੇ ਜ਼ਰੀਏ, ਇਹਨਾਂ ਦੇ ਜ਼ਰੀਏ ਲੋਕਾਂ ਨੂੰ
ਮਾਰਨ ਵਾਸਤੇ ਉਹ ਸਭ ਚੀਜ਼ਾਂ ਹੋ ਰਹੀਆਂ ਨੇ, ਤਿਆਰ ਹੋ ਰਹੀਆਂ ਨੇ। ਅਤੇ ਕਰ ਲਓ ਭਾਈ, ਬਤੇਰਾ ਕਰ ਲਿਆ। ਆਹੀ ਨਾਰਥ ਅਮਰੀਕਾ ਦੇ ਵਿੱਚ ਜਦੋਂ ਕਾਰਪੋਰੇਸ਼ਨ ਕਲਚਰ ਆਉਂਦਾ ਇੱਥੇ, ਨਿਊ ਜਿਹੜਾ ਬਿਗ ਕਾਰਪੋਰੇਟ ਕਲਚਰ ਆਉਂਦਾ ਇੱਥੇ ਪ੍ਰੋਸਪੈਰਿਟੀ ਫੈਲਦੀ ਹੈ, ਨੋ ਡਾਊਟ। ਪਰ ਉਦੋਂ ਇਹ ਸੀਗਾ ਕਿ ਡੈਫੀਨੇਟਲੀ ਪੋਲੀਟੀਕਲ ਸਾਈਡਸ ਤੋਂ ਲੋਕ ਭਲਾਈ ਵਾਸਤੇ, ਲੋਕਾਂ ਦੀ ਵੈਲ ਬੀਇੰਗ ਵਾਸਤੇ, ਉਹਨਾਂ ਦੇ ਵੈਲਫੇਅਰ ਵਾਸਤੇ, ਉਹਨਾਂ ਦੇ ਭਲੇ ਵਾਸਤੇ ਕਾਫੀ ਕੁਝ ਵਿੱਚ ਮੌਜੂਦ ਸੀਗਾ। ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਹਾਂ ਦੇਖਦੇ ਹਾਂ ਉਹ ਘਟਦਾ ਤੁਰਿਆ ਲੱਗਾ ਜਾਂਦਾ। ਅਤੇ ਅੱਜ ਇੱਥੇ ਵੀ ਜਿੰਨੀ ਇੱਥੇ ਸੁਸਾਇਟੀ ਦੇ ਵਿੱਚ ਕਮਿਊਨਿਟੀ ਲੈਵਲ 'ਤੇ ਸਾਨੂੰ ਜਿਹੜੀ ਹੈ ਫਰਸਟ੍ਰੇਸ਼ਨ ਦਿਸਦੀ ਹੈਗੀ ਏ, ਇੱਥੇ ਜਿੰਨੀ ਅਨਰੈਸਟ ਦਿਸਦੀ ਹੈ, ਜਿਹਦੇ ਵਿੱਚੋਂ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਇੱਕਦਮ ਮਤਲਬ ਜਿਵੇਂ ਰਾਈਟਸ ਹੈਪਣ ਵਾਲੀ ਹੋਣ ਵਾਲੀ ਬਾਤ ਬਣ ਜਾਂਦੀ ਹੈ। ਤੁਸੀਂ ਇਲੈਕਸ਼ਨ 'ਚ ਦੇਖੋ, ਟਰੰਪ ਵਾਲੇ 'ਚ, ਹੋਰ ਚੀਜ਼ਾਂ 'ਤੇ। ਇਹਦੇ ਪਿੱਛੇ ਐਕਚੁਅਲ ਲੈਵਲ 'ਤੇ ਤਾਂ ਲੋਕਾਂ ਦਾ ਗੁੱਸਾ ਆ। ਗੁੱਸਾ ਇਹ ਹੈ, ਉਮਰਾਂ ਲੰਘ ਗਈਆਂ ਕੰਮਕਾਰ ਕਰਦਿਆਂ, ਸਭ ਕੁਝ ਕਰਦਿਆਂ ਹੋਇਆਂ, ਪਰ ਜਦੋਂ ਆਪਣੀ ਝੋਲੀ ਵਿੱਚ ਦੇਖਦੇ ਨੇ ਕੁਝ ਵੀ ਨਹੀਂ। ਲੋਕਾਂ ਦਾ ਖੂਨ ਤੇ ਮਾਸ ਕੋਈ ਨਿਚੋੜ ਕੇ ਲੈ ਗਿਆ ਆ। ਉਹ ਕੌਣ ਆ? ਉਹ ਲੋਕ ਨੇ ਜਿਨ੍ਹਾਂ ਦੇ ਪ੍ਰਾਈਵੇਟ ਜੈਟ ਉੱਡਦੇ ਨੇ, ਆਪਣੇ ਆਈਲੈਂਡ ਬਣੇ ਨੇ, ਸਭ ਚੀਜ਼ਾਂ। ਜੇ ਸਾਰੇ ਨੂੰ ਪ੍ਰੋਪਰਲੀ ਜਿਹੜਾ ਆ ਸਮਝ ਕੇ ਕੀਤਾ ਜਾਏ ਤੇ ਉਹ ਦੁਸ਼ਮਣ ਨਹੀਂ ਗੇ। ਮੈਂ ਫਿਰ ਬੇਨਤੀ ਕਰਾਂ, ਦੁਸ਼ਮਣ ਤੇ ਬੰਦੇ ਦਾ ਆਪਣਾ ਔਗਣ ਹੀ ਹੈ, ਜਿਹਦੇ 'ਚ ਲੋਭ ਹੈ, ਜਿਹਦੇ 'ਚ ਹੰਕਾਰ ਆ, ਜਿਹਦੇ 'ਚ ਅਗਿਆਨਤਾ ਆ, ਅਮੂੜਤਾ ਆ। ਆਪਾਂ ਕਈ ਵਾਰੀ ਸ਼ਬਦ ਵਿਚਾਰਿਆ ਹੈ ਕਿ ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਭਾਵੇਂ ਉਹ ਗਰੀਬ ਹੈ ਤੇ ਭਾਵੇਂ ਅਮੀਰ ਹੈ, ਅੰਧਕਾਰ ਜਦੋਂ ਅਗਿਆਨਤਾ, ਅਮੂੜਤਾ ਆ ਗਈ, ਸ਼ਬਦ ਗਿਆਨ ਦਿੰਦਾ ਹੈ, ਹੁਕਮ ਦੀ ਸਮਝ ਗਿਆਨ ਦਿੰਦੀ ਹੈ। ਤੇ ਹੁਕਮ ਇਹ ਦੱਸੇ ਕਿ ਭਾਈ ਇੱਥੇ ਬੜੇ ਬੜੇ ਰਾਜੇ, ਬੜੇ ਬੜੇ ਮਹਾਰਾਜੇ ਤੇ ਬੜੀਆਂ ਬੜੀਆਂ ਹਸਤੀਆਂ ਖਵਾਉਣ ਵਾਲੇ ਲੋਕ ਅਲਟੀਮੇਟਲੀ ਚਲੇ ਜੁਆਰੀ ਦੋਇ ਕਰ ਝਾਰ, ਇਸ ਤੋਂ ਵੱਧ ਕੁਛ ਨਹੀਂ ਹੈਗਾ। ਉਹਦੇ 'ਚ ਜਿਹੜੀ ਅਪਰੋਚ ਨਿਕਲੇਗੀ ਉਹ ਬੜੀ ਇੱਕ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇੱਕ ਬੈਰਾਗਮਈ, ਇੱਕ ਡਿਟੈਚਡ ਰਹਿਣ ਵਾਲੀ ਅਪਰੋਚ ਹੋਏਗੀ। ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਜਿਹਦੇ ਸ਼ਬਦ ਸੱਚਾ ਸੱਚ ਸੋਹਿਲਾ, ਇਹੋ ਜਿਹਾ ਹੁਕਮ ਕਿਤੇ ਜਿਹਦੀ ਅੰਦਰ ਤਾਣ ਵੱਜ ਰਹੀ ਹੈ ਲਗਾਤਾਰ। ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ, ਪਰ ਇਹ ਹੁੰਦਾ ਉੱਥੇ ਹੀ ਹੈ ਜਿੱਥੇ ਸੱਚ ਦੀ ਵਿਚਾਰ, ਜਿਹਨੂੰ ਤੁਸੀਂ ਕਹਿ ਲਓ ਕਿ ਬੰਦੇ ਨੂੰ ਇਹੋ ਜਿਹੀ ਵਿਚਾਰ ਮਾਹੌਲ ਵਿੱਚੋਂ, ਐਨਵਾਇਰਮੈਂਟ ਵਿੱਚੋਂ, ਆਲੇ ਦੁਆਲੇ, ਤੇ ਉਹਨੂੰ ਫਿਰ ਪ੍ਰੋਸੈਸ ਕਰਨ ਦੀ ਜਾਚ ਆ ਜਾਂਦੀ ਹੈ। ਇਹ ਬਾਤ ਹੋ ਗਈ। ਅਗਲਾ ਬਚਨ ਹੈ, ਹਉਮੈ ਸਭ ਕਿਲਵਿਖ ਕਾਟੇ। ਕਿਲਵਿਖ ਪਾਪਾਂ ਦੇ ਬੀਜ। ਬੰਦਾ ਬੜੇ ਪਾਪ ਕਰ ਸਕਦਾ ਹੈ, ਸੋਚਿਆ ਵੀ ਨਹੀਂ ਜਾ ਸਕਦਾ ਜਿੰਨੇ ਪਾਪਾਂ ਤੋਂ ਵੱਧ ਪਾਪਾਂ ਨੂੰ ਬੰਦਾ ਧਰਤੀ 'ਤੇ ਲਿਆ ਸਕਦਾ ਹੈਗਾ ਆ। ਪਰ ਹੁੰਦਾ ਸ਼ੁਰੂਆਤ ਕਿੱਥੋਂ ਹੈ? ਹਉਮੈ, ਅਹੰਕਾਰ। ਮੈਂ ਮਾਫੀ ਚਾਹਾਂਗਾ, ਕਾਉਂਸਲਿੰਗ 'ਚ ਹੈਗਾ ਲੰਬੇ ਸਮੇਂ ਤੋਂ, ਡੇ ਬਾਈ ਡੇ ਨਵੇਂ ਤੋਂ ਨਵਾਂ ਐਕਸਪੀਰੀਅੰਸ ਹਿਊਮਨ ਲਾਈਫ ਦਾ, ਜ਼ਿੰਦਗੀ ਦਾ ਹੁੰਦਾ ਉਸ ਰੂਪ ਦੇ ਵਿੱਚ। ਮੈਂ ਇੱਕ ਛੋਟੀ ਜਿਹੀ ਬਾਤ ਕਰਾਂ ਇੱਥੇ। ਮੈਨੂੰ ਯਾਦ ਹੈ ਬਹੁਤ ਸਾਰੇ ਕੇਸਿਸ ਨੇ, ਪਰ ਇੱਕ ਯੂਨੀਕ ਕੇਸ ਸੀਗਾ। ਉਹ 'ਚ ਬੱਚੇ ਦੀ ਸਫਰਿੰਗ ਹੋ ਰਹੀ ਹੈ, ਬੜੀ ਯੰਗ ਏਜ, 20-21 ਸਾਲ ਦਾ ਬੱਚਾ ਆ। ਕੁਝ ਬੁਲਿੰਗ ਹੋਈ ਹੈ, ਕੁਝ ਉਸਨੇ ਜਿਹੜਾ ਸਬਸਟੈਂਸ ਯੂਜ਼ ਕਰ ਲਿਆ ਅਰਲੀ ਏਜ 'ਚ। ਉਹਦੇ ਕਰਕੇ ਹੁਣ ਹਾਲਤ ਇਹ ਬਣ ਗਈ ਹੈ ਕਿ ਜਿਹੜੀ ਨਸ਼ੇ ਦੇ ਪ੍ਰਤੀ ਕ੍ਰੇਵਿੰਗ ਅਤੇ ਇੰਪਲਸਿਵਨੈਸ ਆ ਬਹੁਤ ਜ਼ਿਆਦਾ ਆ। ਟੌਪ ਆਫ ਦੈਟ ਕੁਝ ਮੈਂਟਲ ਹੈਲਥ ਦੇ ਇਸ਼ੂਜ਼ ਆ ਗਏ ਨੇ। ਖੈਰ, ਮੇਰੀ ਉਹਦੀ ਸੈਟਿੰਗਸ ਹੋਈ, ਗੱਲਾਂ ਬਾਤਾਂ ਹੋਈਆਂ, ਅਤੇ ਗੱਲਾਂ ਬਾਤਾਂ 'ਚੋਂ ਮੈਂ ਇਹ ਫਾਈਂਡ ਆਊਟ ਕੀਤਾ ਕਿ ਬੜਾ ਸਮਾਰਟ ਕਿਡ, ਮਤਲਬ ਇਤਨਾ ਸਮਾਰਟ ਕਿ ਪੁੱਛੋ ਕੁਝ ਨਾ। ਹਰ ਗੱਲ ਵਾਸਤੇ ਉਹ ਹਰ ਚੀਜ਼ ਦਾ ਉਹਦੇ ਕੋਲ ਜਵਾਬ ਆ, ਇੰਟੈਲੀਜੈਂਟ ਆ। ਉਹਦੀ ਲੈਂਗੁਏਜ ਜਿਹੜੀ ਹੈਗੀ, ਕਮਾਂਡ, ਲਿਟਰੇਚਰ ਰਿਲੇਟਡ ਉਹਦੀ ਨੌਲੇਜ, ਚੀਜ਼ਾਂ ਬਹੁਤ ਵੱਡੇ ਲੈਵਲ 'ਤੇ, ਬਹੁਤ ਵਧੀਆ। ਖੈਰ ਮੈਂ ਕਿਹਾ ਕਿ ਇਹ ਸਭ ਕੁਝ ਤੇਰੇ ਕੋਲ ਹੈਗਾ ਆ, ਅਸਲ 'ਚ ਗਲਤ ਕਿੱਥੇ ਹੋਇਆ? ਫਿਰ ਗਲਤ ਇੱਥੇ ਹੋਇਆ ਕਿ ਬੜੀ ਛੋਟੀ ਉਮਰ ਦੇ ਵਿੱਚ ਮਾਂ ਤੇ ਪਿਤਾ ਦੋਨਾਂ ਦਾ ਹੰਕਾਰ ਟਕਰਾ ਗਿਆ। ਐਂਡ ਨਾਓ ਦੇ ਰਿਅਲਾਈਜ਼ਡ, ਨਾਓ ਦੇ ਆਰ ਆਲਮੋਸਟ ਸੇਮ ਪੇਜ, ਦੇ ਰੀਅਲੀ ਵਾਂਟ ਟੂ ਹੈਲਪ ਦੈਟ ਕਿਡ, ਐਵਰੀਥਿੰਗ ਇਜ਼ ਦੇਅਰ। ਬਟ ਜਿਹੜਾ ਉਸ ਸਮੇਂ ਦੇ ਵਿੱਚ ਜਦੋਂ ਕਿਹਾ ਕਿ ਜੇ ਤੈਨੂੰ ਮੇਰੀ ਕੇਅਰ ਤੇ ਮੈਨੂੰ ਤੇਰੀ ਕੇਅਰ ਨਹੀਂ, ਐਂਡ ਨਥਿੰਗ, ਕਹਿੰਦੇ ਕੋਈ ਇਸ਼ੂ ਨਹੀਂ ਸੀਗਾ, ਜਸਟ ਨੱਕ ਵਧੇ ਸੀ ਦੋਵਾਂ ਦੇ। ਅਤੇ ਉਹਦੇ ਕਰਕੇ ਜਿਹੜੇ ਬੀਜ ਦਿੱਤੇ ਨੇ
ਉਹਨਾਂ ਦਾ ਫਲ ਅੱਜ ਵੱਢਿਆ ਨਹੀਂ ਜਾ ਰਿਹਾ। ਇੰਨਾ ਬਿਟਰ ਆ, ਇੰਨਾ ਕੌੜਾ ਆ। They were almost crying and they were saying, please help us. Please, Bhai Sahab, somehow we'll pay whatever you want and that much and just save this kid. ਮੈਂ ਕਿਹਾ ਜੀ ਗੱਲ ਇਹ ਹੈ, ਕਾਸ਼ ਕੁਛ ਕਰ ਪਾਉਂਦਾ ਮੈਂ ਇਸ ਰੂਪ ਦੇ ਵਿੱਚ। ਇਹ ਤੇ ਬੀਜੇ ਨੂੰ ਵੱਢ ਰਹੇ ਹਾਂ ਅਸੀਂ। ਹਾਂ, ਥੋੜ੍ਹਾ ਮੈਪਿੰਗ ਕਰ ਸਕਦੇ ਹਾਂ, ਕੁਝ ਪ੍ਰੋਗਰਾਮ ਬਣਾ ਸਕਦੇ ਹਾਂ, ਲੌਂਗ ਰਨ ਦੇ ਕੁਝ ਬੈਨੀਫਿਟ ਮਿਲੇਗਾ ਉਹਦਾ। ਬਟ ਜਿਹੜਾ ਤੁਸੀਂ ਇਨਸਟੈਂਟ ਇੱਕਦਮ ਕੁਝ ਰਿਜ਼ਲਟ ਚਾਹੁੰਦੇ ਹੋ, ਸੌਰੀ, ਮੇਰੇ ਕੋਲ ਕੋਈ ਐਸੀ ਚੀਜ਼ ਨਹੀਂ ਹੈ। ਇਹਦੀ ਜਿਹੜੀ ਬਾਤ ਕਰ ਰਿਹਾ ਮੈਂ, ਬੰਦੇ ਨੂੰ ਨਹੀਂ ਪਤਾ। ਜਦੋਂ ਹਉਮੈ ਹੰਕਾਰ ਦੀ ਟਿੱਸੀ ਤੇ ਬੈਠਾ, ਉਹਨੂੰ ਕੋਈ ਪਤਾ ਨਹੀਂ ਉਹ ਕਿਹੜਾ ਪਾਪ ਕਰ ਰਿਹਾ। ਉਹ ਕਹਿੰਦਾ ਵੀ ਹੂ ਕੇਅਰ, ਮੈਂ ਤਾਂ ਆਪਣੀ ਥਾਂ ਤੇ ਅੜਿਆ, ਹੂ ਕੇਅਰ। ਇਸ ਰੂਪ ਦੇ ਵਿੱਚ ਸਭ ਨੇ ਬਿਆਨ ਕੀਤਾ। ਸਭ ਕਹਿੰਦੇ ਹਉਮੈ ਸਭ ਕਿਲ ਵਿਖ ਕਾਟੇ। ਜਿਹੜੇ ਸ਼ਬਦ ਦੀ, ਉਸ ਹੁਕਮ ਦੀ ਪਾਇਆਂ ਵਿੱਚ ਰਹਿੰਦੇ, ਉਹ ਚੋਂ ਬਾਹਰ ਆ ਜਾਂਦੇ। ਤੇ ਉਹਨਾਂ ਨੇ ਸਾਰੇ ਪਾਪ ਕੱਟ ਲਏ। ਸਾਚ ਰੱਖਿਆ ਉਰ ਧਾਰੇ ਰਾਮ। ਤੇ ਉਹਨਾਂ ਨੇ ਹਰ ਵਕਤ ਉਰ ਵਿੱਚ ਸੱਚ ਨੂੰ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਹਿਸਾਸ ਨੂੰ ਸੁਰਤ 'ਚ ਰੱਖਿਆ ਹੋਇਆ। ਰੱਬ ਯਾਦ ਰਹੇ ਨਾ, ਬੜਾ ਕੁਝ ਆਪ ਹੀ ਠੀਕ ਹੋ ਜਾਂਦਾ। ਬੰਦੇ ਨੂੰ ਇਹੀ ਚੀਜ਼ ਬੜੇ ਰੂਪਾਂ 'ਚ ਬਚਾ ਦਿੰਦੀ ਹੈ। ਅਗਲਾ ਬਚਨ ਹੈ, ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ। ਸੱਚ ਰੱਖਿਆ ਉਰ ਤਾਰੇ। ਜਿਵੇਂ ਜਿਵੇਂ ਸੱਚ ਨੂੰ ਉਰ ਵਿੱਚ ਧਾਰਨ ਕਰਾਂਗੇ, ਦੁੱਤਰ ਤਾਰੇ, ਜਿਹੜਾ ਨਹੀਂ ਵੀ ਤਰਿਆ ਜਾ ਸਕਦਾ ਉਹ ਵੀ ਤਰਿਆ ਜਾ ਸਕਦਾ। ਬੰਦਾ ਰੱਬ ਦੇ ਭਰੋਸੇ ਨਾਲ ਆਪਣਾ ਭਰੋਸਾ ਬੰਨ ਲੈਂਦਾ ਆ। ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੈਗਾ, ਆਪਣੇ ਆਪ ਤੇ ਭਰੋਸਾ ਆ ਜਾਏਗਾ। ਤੇ ਆਪਣੇ ਆਪ ਤੇ ਭਰੋਸਾ ਆਇਆ ਨਹੀਂ ਤੇ ਬੰਦਾ ਵੱਡੇ ਤੋਂ ਵੱਡੇ ਸਾਗਰ ਨੂੰ ਤਰ ਜਾਂਦਾ। ਵੱਡੇ ਤੋਂ ਵੱਡੀ ਮੁਸ਼ਕਿਲ ਜਿਹੜੀ ਹੈ ਪਾਰ ਉੱਤੋਂ ਹੋ ਜਾਂਦਾ। COVID-19 ਦੇ ਵਿੱਚੋਂ ਅਸੀਂ ਦੇਖ ਰਹੇ ਹਾਂ ਅੰਡਰਲਾਈਨ ਇਸ਼ੂਜ਼, ਪੀਪਲ ਹੂ ਆਰ ਵਲਨਰੇਬਲ, ਦੇ ਆਰ ਡਾਈਂਗ ਐਟ ਅ ਬਿਗ ਨੰਬਰ, ਬਟ ਐਟ ਦ ਸੇਮ ਟਾਈਮ ਦੇਰ ਆਰ ਪੀਪਲ who are coming out of this disease. They might suffer a lot, but they are surviving. They are able to actually fight back with this, even though they have some underlying issues, they have some other ongoing health problems, but they are able to. But there's people are asking, how come? एक differently क्यों करता? पर differently वो नहीं करता, differently बंदा खुद behave करता है। ਸਾਡੇ ਇੱਕ ਮਿੱਤਰ ਹੈਗੇ ਨਿਊਯਾਰਕ, ਮੈਂ ਹੁਣੇ ਬਾਤ ਕੀਤੀ, ਉੱਥੇ ਬੜਾ ਜਦੋਂ ਫੈਲਿਆ ਤੇ ਉਹ ਕਹਿੰਦੇ ਕਿ ਸੇਮ ਸਿੰਪਟਮਸ ਬਣਾਉਣੇ ਸ਼ੁਰੂ ਹੋ ਗਏ। ਜਿਹੜਾ ਹੈਗਾ ਖੰਘ ਆਉਣੀ ਸ਼ੁਰੂ ਹੋ ਗਈ, ਉਸੇ ਤਰੀਕੇ ਦੇ ਨਾਲ ਬੁਖਾਰ ਆ ਗਿਆ ਤੇ ਟੇਸਟ ਬਡਸ ਚਲੇ ਗਏ, ਇਹ ਸਾਰੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਤੋ ਮੇਰਾ ਲੜਕਾ ਬੜਾ ਘਬਰਾ ਗਿਆ। ਤਾਂ ਉਹ ਕਹਿੰਦੇ, ਮੈਂ ਕਿਹਾ ਘਬਰਾਉਣ ਦੀ ਲੋੜ ਨਹੀਂ ਹੈਗੀ, ਕਹਿੰਦੇ ਟੈਸਟ ਕਰੋ। ਮੈਂ ਟੈਸਟ ਦੀ ਲੋੜ ਨਹੀਂ, ਮੈਨੂੰ ਪਤਾ ਆਈ ਹੈ। ਫਿਰ ਉਹ ਕਹਿੰਦੇ ਕੋਈ ਨਾ, ਹੁਣ ਆਇਆ ਥੋੜਾ ਸਮਾਂ ਬੋਡੀ ਫਾਈਟ ਕਰੇਗੀ ਤੇ ਚਲਾ ਜਾਏਗਾ। ਉਹ ਕਹਿੰਦੇ ਹੋਏ 5-6 ਦਿਨ ਬੜਾ ਤੰਗ ਰਿਹਾ। ਜਿਹੜੇ ਖਾਸ ਕਰਕੇ ਇਨਕਲਾਈਨ ਫੂਡ ਹੁੰਦੇ ਆ, ਉਸ ਕਿਸਮ ਦੀਆਂ ਚੀਜ਼ਾਂ ਖਾਧੀਆਂ, ਆਪਣੇ ਆਪ ਨੂੰ ਕੁਝ ਸਟੱਡੀ ਕੀਤਾ, ਕੁਝ ਵੈਰੀ ਨੌਲੇਜੇਬਲ, ਏਜ ਨਹੀਂ ਪਰ ਬੜੇ ਸਿਆਣੇ ਨੇ। ਤੇ ਉਹ ਕਹਿੰਦੇ ਕੁਛ ਵੀ ਨਹੀਂ ਹੋਇਆ। 5-6 ਹਫ਼ਤਿਆਂ ਬਾਅਦ ਜਿਹੜਾ ਆ, ਉਹ 5-6 ਦਿਨਾਂ ਬਾਅਦ, ਅਰਾਊਂਡ ਹਫ਼ਤੇ 1.5 ਹਫ਼ਤੇ ਬਾਅਦ ਆਈ ਵਾਜ਼ ਬੈਕ ਟੂ ਨੋਰਮਲ। ਤੇ ਕਹਿੰਦੇ ਮੈਂ ਦੂਜਿਆਂ ਨੂੰ ਵੀ ਦੱਸਿਓ, ਕੋਈ ਬਸ ਇਹੀ ਜਿਹੜਾ ਦੁੱਤਰ ਤਰਨਾ ਆ, ਜਿਹੜੀ ਮੁਸ਼ਕਿਲ ਕੋਈ ਪੈ ਜੇ, ਵਿਸ਼ਵਾਸ ਰੱਬ ਤੇ ਕਰਤਾਰ ਹੈ। ਵਧੀ ਦਾ ਜਿਹੜਾ 100 ਰੂਪ ਦੇ ਵਿੱਚ ਉਹਦੇ ਸਹਾਰੇ ਨੇ। ਜਨਰਲ ਹਰਬਖਸ਼ ਸਿੰਘ ਹੁੰਦੇ ਸੀਗੇ ਜਿਨ੍ਹਾਂ ਨੇ 1965 ਦੀ ਜੰਗ ਦੇ ਵਿੱਚ ਜੰਗ ਜਿੱਤੀ ਸੀ ਐਕਚੁਅਲ ਲੈਵਲ ਤੇ ਆਲ ਦਾ ਵੇ ਜਿਹੜਾ ਹੈਗਾ ਲਾਹੌਰ ਦੇ ਨੇੜੇ ਕੰਧਾਂ ਤੱਕ ਆਪਣੀ ਫੌਜ ਪਹੁੰਚਾ ਦਿੱਤੀ ਸੀ। ਅਤੇ ਉਹਨਾਂ ਦੇ ਬਾਰੇ ਮੈਂ ਹੁਣ ਜਦੋਂ ਰੀਸੈਂਟਲੀ 50 ਸਾਲ ਹੋਏ ਸੀਗੇ ਅਤੇ ਉਦੋਂ ਮੈਂ ਕਾਫੀ ਕੁਛ ਪੜ੍ਹ ਰਿਹਾ ਸੀਗਾ BBC ਦੇ ਆਰਕਾਈਵ ਦੇ ਵਿੱਚੋਂ। ਅਤੇ ਉਹ ਕਹਿੰਦੇ ਕਿ ਥੱਲੇ ਮੋਰਚੇ ਲੱਗੇ ਹੁੰਦੇ ਸੀ ਅਤੇ ਮੋਰਚਿਆਂ ਦੇ ਉੱਤੇ ਉਹ ਗੋਲੀਬਾਰੀ ਹੋ ਰਹੀ, ਉੱਤੇ ਤੁਰਦੇ ਸੀ ਉਹ। ਹੁਣ ਆਹ ਅੰਦਾਜ਼ਾ ਲਾਓ ਗੋਲੀ ਚੱਲ ਰਹੀ ਹੈ ਅਤੇ ਉਦੋਂ ਜਵਾਨ ਜਿਹੜੇ ਨੇ ਉੱਪਰ ਵੱਧ ਕੇ ਗੋਲੀ ਕਿਵੇਂ ਚਲਾਉਣਗੇ ਜਾਂ ਕਿਸ ਤਰੀਕੇ ਨਾਲ ਮੁਕਾਬਲਾ ਕਰਨਗੇ। ਪਰ ਜਿਨ੍ਹਾਂ ਦਾ ਜਿਹੜਾ ਜਰਨਲ ਆ ਉਹ ਉਹਨਾਂ ਦੇ ਮੋਰਚਿਆਂ ਦੇ ਉੱਤੇ ਤੁਰ ਰਿਹਾ ਆ, ਉਹਨਾਂ ਨੂੰ ਹੈਗਾ ਹੱਦ ਹੋ ਗਈ, ਜੇ ਉੱਤੇ ਤੁਰ ਰਹੇ ਤੇ ਇਹਨੂੰ ਨਹੀਂ ਗੋਲੀ ਵੱਜੀ, ਸਾਨੂੰ ਉਹ ਉੱਤੇ ਵੱਧ ਕਹਿੰਦੇ। ਅਸੀਂ ਕਈ ਵਾਰੀ ਕਹਿਣਾ ਵੀ ਜਰਨਲ ਸਾਹਿਬ ਥੱਲੇ ਆ ਜਾਓ, ਤੁਹਾਨੂੰ ਪਤਾ ਕਿੰਨੀ ਫਾਇਰਿੰਗ ਹੋ ਰਹੀ ਹੈ। ਅਤੇ ਉਹਨਾਂ ਕਹਿਣਾ, ਕਹਿੰਦੇ ਗੱਲ ਇਹ ਹੈ ਬੰਦਾ ਗੋਲੀ ਨਾਲ ਨਹੀਂ ਮਰਦਾ, ਬੰਦਾ ਆਈ ਨਾਲ ਮਰਦਾ, ਚੇਤੇ ਰੱਖਿਆ ਜੇ। ਅਤੇ ਦੂਸਰੀ ਚੀਜ਼ ਇਹ ਹੈ
ਜਿਹੜੀ ਗੋਲੀ ਤੇ ਮੇਰਾ ਨਾਂ ਲਿਖਿਆ ਉਹ ਥੱਲੇ ਹੀ ਵੱਜ ਜਾਣੀ ਆ ਕੇ। ਸੋ ਡੋਂਟ ਵਰੀ। ਸੋ ਇਹ ਕੀ ਹੈ? ਬੰਦਾ ਕਹੇਗਾ ਵਿਵੇਕ ਦੇ ਰੂਪ ਦੇ 'ਚ ਸ਼ਾਇਦ ਗਲਤ ਹੈ ਭਾਈ। ਜੰਗ ਦੇ ਮੈਦਾਨ ਦੇ 'ਚ ਇਹੋ ਜਿਹਾ ਪੈਂਤੜਾ ਹੀ ਕਿਸੇ ਦੇ ਸੈਲਫ ਕੌਨਫੀਡੈਂਸ ਨੂੰ ਵਧਾ ਸਕਦਾ ਹੈ। ਜਦੋਂ ਬੰਦਾ ਵਰ ਦੀ ਅੱਗ ਵਿੱਚ ਖੜਾ ਆ, ਉਦੋਂ ਉਹਦੇ ਹੌਸਲੇ ਨੂੰ ਜਿੰਨਾ ਉਹ ਬੂਸਟ ਕਰਕੇ ਰੱਖੇਗਾ ਉਤਨਾ ਉਹੀ ਜੇਤੂ ਹੈ। ਅਦਰਵਾਈਜ਼ ਜਿਹਦਾ ਹੌਸਲਾ ਟੁੱਟਾ ਨਹੀਂ, ਜਦੋਂ ਤੁਸੀਂ ਦੇਖਦੇ ਹੋ ਐਥਲੀਟਸ ਹੁੰਦੇ ਨੇ ਜਾਂ ਜਦੋਂ ਖਾਸ ਕਰਕੇ ਰੈਸਲਰਸ ਹੁੰਦੇ ਨੇ ਜਿਹੜੇ ਕੰਪੀਟ ਕਰਕੇ ਇੱਕ ਇੰਟਰਨੈਸ਼ਨਲ ਲੈਵਲ 'ਤੇ ਜਾਂਦੇ ਨੇ, ਆਲਮੋਸਟ ਦੇਅਰ ਇਕੁਅਲ, ਇੱਕ ਬਰਾਬਰ ਹੁੰਦੇ ਨੇ। ਇਸੇ ਕਰਕੇ ਰਿਸਪੈਕਟ ਨਹੀਂ ਕੀਤੀ ਜਾਂਦੀ। ਪਰ ਦੇਰ ਆਰ ਫਿਊ who actually got the gold medals and big medals and some are they are not able to get it. Why? ਉਹਦਾ ਰੀਜ਼ਨ ਇਹ ਨਹੀਂਗਾ ਕਿ ਉਹ ਐਕਚੁਅਲੀ ਲੈਵਲ 'ਤੇ ਨਹੀਂ। ਗੱਲ ਇਹ ਹੈ ਜਿਹਨੇ ਉਦੋਂ ਧੀਰਜ ਰੱਖਿਆ, ਉਹ ਦੁੱਤਰ ਤਰ ਗਿਆ। ਇੱਥੇ ਸਾਹਿਬ ਨੇ ਬਿਆਨ ਕੀਤਾ, ਮਹਾਰਾਜ ਜ਼ਿਕਰ ਕਰਦੇ ਕਹਿਣਗੇ ਸੱਚ ਰੱਖਿਆ ਔਰ ਤਾਰੇ ਦੁੱਤਰ ਤਾਰੇ। ਫਿਰ ਭਵਜਲ ਤਰਨ ਨਾ ਹੋਈ। ਫਿਰ ਦੁਬਾਰਾ ਭਵਜਲ ਵਿੱਚ ਉਸ ਬੰਦਾ ਕਿਸੇ ਉਸ ਕਿਸਮ ਦੇ ਜਿਹੜਾ ਹੈਗਾ ਹਾਲਾਤਾਂ ਵਿੱਚ ਨਹੀਂ ਪੈਂਦਾ। ਉਹਦੀ ਬਾਤ ਕੀਤੀ ਗਈ। ਸੱਚਾ ਸਤਿਗੁਰੂ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ। ਭਾਈ ਉਹ ਸੱਚਾ ਸਤਿਗੁਰੂ ਜੀ ਦੀ ਬਾਣੀ, ਜਿਹਦਾ ਉਪਦੇਸ਼ ਦੇ ਹੁਕਮ ਦੇ ਬੱਝੇ ਹੋਏ ਬੋਲ ਬਿਲਕੁਲ ਸੱਚੇ ਨੇ। ਜਿਨ ਸੱਚ ਵਿਖਾਲਿਆ ਸੋਈ। ਤੇ ਉਸ ਬਾਣੀ ਦੇ ਸਦਕਾ, ਉਹਦੇ ਚਸ਼ਮੇ ਦੇ ਨਾਲ ਉਹ ਵਿਖਾ ਵੀ ਸੱਚ ਹੀ ਦਿੰਦਾ ਹੈਗਾ। ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸੱਚ ਸੋਈ। ਸਾਰੇ ਸ਼ਬਦ ਸੱਚ ਦੀ ਗੱਲ ਹੋ ਰਹੀ। ਤੇ ਕਿਆ ਕਿ ਜਦੋਂ ਸੱਚ ਦਾ ਗੁਣਗਾਨ ਕਰੋਗੇ, ਸੱਚ ਦੇ ਵਿੱਚ ਹੀ ਸਮਾ ਜਾਓਗੇ, ਸੱਚ ਵੇਖੈ ਸਭ ਸੋਈ, ਤੇ ਪਤਾ ਲੱਗੇਗਾ ਉਹ ਅੰਗ ਸੰਗ ਹੈ, ਉਹ ਹਰ ਵਕਤ ਮੇਰੇ ਨਾਲ ਹੈ। ਬਿਲਕੁਲ ਅੰਤਲੀ ਲਾਈਨ ਇਸ ਪਦੇ ਦੀ, ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ। ਇਹ ਨਾਨਕ ਉਹ ਆਪ ਵੀ ਸੱਚਾ, ਉਹਦੀ ਸਾਹਿਬੀ ਮਲਕੀਅਤ ਵੀ ਸੱਚੀ ਹੈ, ਸਾਚੀ ਨਾਈ, ਉਹਦਾ ਨਿਆਂ ਵੀ ਸੱਚਾ ਆ। ਸੱਚ ਨਿਸਤਾਰਾ ਹੋਈ ਤੇ ਉਹਦੇ ਨਿਆਂ ਦੇ ਸਦਕਾ ਇੱਕ ਦਿਨ ਨਿਸਤਾਰਾ ਵੀ। ਅਸੀਂ ਸ਼ਬਦ ਪੜ੍ਹਦੇ ਨਾ, ਕੂੜ ਨਿਖੁੱਟਸ ਨਾਨਕਾ ਔੜਕ ਸੱਚ ਰਹੀ। ਤੇ ਆਖਰਕਾਰ ਜਿਹੜਾ ਹੈਗਾ ਕੂੜ ਦਾ ਇੱਕ ਦਿਨ ਹਨੇਰਾ ਠੱਲਦਾ ਆ ਤੇ ਸੱਚ ਦਾ ਸੂਰਜ ਦਗ ਦਗ ਕਰਦਾ ਅਸਮਾਨੀ ਚੜ੍ਹਦਾ ਹੈ। ਸਾਹਿਬ ਰਹਿਮਤ ਕਰਨ ਇਹ ਨਾਲ ਵੀ ਵਾਕਿਆ 'ਚੋਂ ਸਾਨੂੰ ਸਹੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਹੀ ਕਹਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ਼ਾਰਾ ਕਰਨਾ ਸੀ ਮਾੜਾ ਜੀ। ਉਹ ਅੱਜ ਤਾਂ ਸਿਮਰਨ ਹੈਗਾ। ਠੀਕ ਜੀ। ਜਿਸ ਤਰੀਕੇ ਨਾਲ ਆਪ ਜਾਣਦੇ ਹੋ ਕਿ ਅੱਜ ਸਿਮਰਨ ਹੋਣਾ ਆ, ਸੋ ਰਾਗੀ ਸੱਜਣ ਵੀਰ ਜੀ ਪਹੁੰਚ ਰਹੇ ਨੇ। ਉਤਨੀ ਦੇਰ ਤੱਕ ਜੋ ਬਾਤ ਅਸੀਂ ਕਰ ਰਹੇ ਸੀਗੇ, ਇਸੇ ਬਾਤ ਨੂੰ ਮੈਂ ਕੰਟੀਨਿਊ ਥੋੜ੍ਹਾ ਬਿਆਨ ਕਰਾਂ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਜਿਵੇਂ ਆਪਾਂ ਬਾਤ ਕਥਾ ਦੇ ਦੌਰਾਨ ਵੀ ਕੀਤੀ ਕਿ ਫਾਰਮਰਸ ਹੈਜ਼ੀਟੇਸ਼ਨ ਹੋ ਰਿਹਾ, ਉਹ ਉੱਥੇ ਆਪਣੇ ਹੋਂਦ ਲਈ ਲੜ ਰਹੇ ਨੇ। ਇਹਦੇ ਬਾਬਤ ਇਹ ਹੈ ਕਿ ਜਿਤਨਾ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਸਮਟਾਈਮ ਵੀ ਗੈਟ some kind of frustration or some kind of sadness too. I have actually heard from few people. But ਉਹਦੇ 'ਚ ਇਹ ਹੈ ਕਿ ਚੀਜ਼ਾਂ ਨੂੰ ਦੇਖੋ, ਜਿਹੜੇ ਰਿਜ਼ਲਟਸ ਹੁੰਦੇ ਨੇ ਉਹ ਹਮੇਸ਼ਾ ਮਨ ਪਾਉਂਦੇ ਨਹੀਂ ਹੁੰਦੇ ਹਰ ਥਾਂ 'ਤੇ। ਇਹ ਚੀਜ਼ ਚੇਤੇ ਰੱਖਣੀ ਚਾਹੀਦੀ ਹੈ। ਪਰ ਜਿਹੜੀ ਉਹਦੇ ਵਾਸਤੇ ਸਟਰਗਲ ਹੁੰਦੀ ਹੈ ਉਹ ਇਮਾਨਦਾਰੀ ਨਾਲ ਹੋ ਸਕਦੀ ਹੈ। ਜਿੱਥੇ ਜਿੰਨੀ ਇਮਾਨਦਾਰੀ ਨਾਲ ਸਟਰਗਲ ਕੀਤੀ ਜਾਏ, ਜਿਹੜਾ ਆਊਟਕਮ ਆ ਜੋ ਅਸੀਂ ਚਿਤਵਦੇ ਤੇ ਕਲਪਦੇ ਆ, ਕਈ ਵਾਰ ਉਸ ਤੋਂ ਕਿਤੇ ਵਧੀਆ ਤੇ ਕਿਤੇ ਫਰੂਟਫੁਲ ਹੁੰਦਾ ਹੈ। ਸੇਡੇ ਵੱਡੇ ਮੁਹਾਜ ਵਿੱਚ ਮਤਲਬ ਲੋਕਾਂ ਦਾ ਇੱਕ ਜਨ ਸੈਲਾਬ ਉੱਠਣਾ, ਤੇ ਉਸ ਜਨ ਸੈਲਾਬ ਦੇ ਵਿੱਚ ਇੱਕ ਐਸਾ ਜ਼ਾਬਤਾ, ਡਿਸਿਪਲਿਨ, ਉਸ ਜਨ ਸੈਲਾਬ ਦੇ ਵਿੱਚ ਇੱਕ ਐਸੀ ਦ੍ਰਿਸ਼ਟ ਰੂਪ ਹੋਣਾ, ਦੂਰਦ੍ਰਿਸ਼ਟਾ ਹੋਣਾ, ਵਿਜ਼ਨਰੀ ਹੋਣਾ। ਤੇ ਫਿਰ ਇਕੱਲਾ ਹੀ ਨਹੀਂ, ਇੱਕ ਵੱਡੇ ਲੈਵਲ 'ਤੇ ਸਮੁੱਚੇ ਸੰਸਾਰ ਦੇ ਉੱਤੇ ਇੱਕ ਪ੍ਰਭਾਵ ਛੱਡਣਾ। ਅਦਰਵਾਈਜ਼ ਦੇਖੋ, ਮੈਂ ਬੇਨਤੀ ਕਰਾਂਗਾ, ਸਿਰ 'ਤੇ ਪੱਗ ਬੰਨੀ ਹੈ, ਦਸਤਾਰ ਬੰਨੀ ਹੈ, ਅਤੇ ਆ ਦਸੰਬਰ ਦਾ ਮਹੀਨਾ 15ਵਾੜਾ ਪ੍ਰਾਰੰਭ ਹੋ ਚੁੱਕਾ। ਆਲਮੋਸਟ ਲਾਸਟ 2 ਵੀਕਾਂ ਜਿਹੜੀਆਂ ਨੇ ਉਹਦੇ 'ਚ ਅਸੀਂ ਸ਼ਹੀਦਾਂ ਦੀ ਬਾਤ ਕਰਦੇ ਹਾਂ, ਸ਼ਹਾਦਤਾਂ ਦੀ ਬਾਤ ਕਰਦੇ ਹਾਂ। ਆਪਣੇ ਘਰ ਵਿੱਚ ਉਹ ਸਾਰੇ ਸੈਕਰੀਫਾਈਸਿਸ, ਸਭ ਚੀਜ਼ਾਂ ਨੂੰ
तो फिर भी कहा जाता है कि इन गरीब सिखन को द्यों पातशाही, याद करें हमारी गुरियाई। सच्चाई यही है। पातशाहत सिर्फ ये नहीं होंगी कि बंदा किसी आसन सिंघासन ते दुनिया लुट लटा के बैठा है। पातशाहत ये होंगी जो बंदा किसी नूं वाकई च किसी वड्डे लैवल का कोई इंपैक्ट छड्डण वाला किरदार धरती ते सामने लैके आउंदा है। मैं जिवें पहले विनती की कि देर आर फ्यू फोक्स हू आर डायरैक्टली टेलिंग कि कॉरपोरेट वर्ल्ड की इस लुट खसुट के सामने खड़ना तो नॉर्थ अमेरिकन तो यूरोपीयन चाहिए से जोड़े बड़े हाईली एजुकेटेड तो तालीम याफ्ता समाज का हिस्सा मानते हैं। ये बल्कि वह पार्ट एंड पार्सल बनते लगे गए। खड़े कौन? पंजाब की फिजान दे वो मनुख जिन्हों के बावजूद शायद बंदियां उतना एहसास भी नहीं होएगा कि इन्हों विजन है। हाँ भाई विजन इस करके है, हालांकि बात तो हुण छिड़ी है तो बहुत लम्मी भी हो सकती है, पर देग तेग फतेह ये विजन है। धरती का एक एक जर्रा ये देग आ, ये देग सब की सांझी है, यदि कोई कला लुट नहीं कर सकता। तो देग तां ही सांझी वरताई जा सकती जो तुसीं तेग रखोगे। तेग ये सिंबॉलिक थिंग। अज की तेग जिहड़ी है वो ला आ कानून, कोई कानून ने दसना भी किहदे हिस्से च किन्ना आउंदा। जिथे वो तेग सही नहीं चलेगी उथे देग कहानी वंडी हो जाएगी। सो इस करके वो देग तेग फतेह जिन्हां दी किते सुरत च जीन्स विच किते पिया आ, उस जकारे नूं गूंजदे हुए देखो तुसी ते दुनिया पद्धर दे उत्ते जिहड़ी है इहदी जिहड़ी इहदा जिहड़ा रोर आ वो सुनाई दिता। ये अपने आप विच प्राप्ति है। दैट इज अचीवमेंट, दैट इज काइंड ऑफ ये सामने इन्होंने अपाइश भी नहीं कर सकते। तो साड़ी सुरत विचों हमेशा ये एहसास रहे अपने विरसे, अपने गुरु, अपने अकाल पुरख वाहिगुरु के प्रति इसका सिमरन करिए, यदि याद तो दूर ना जाइए। सो इस सिमरन का एक रूप भाई साहब जिवें धुन अभ्यास कराउंदे सिमरन कराउंदे वो कराउण वास्ते पहुंचे ने। मैं इत्थे तुहाडे तो माफ़ी चाहांगा। भाई साहब जी आया कहंदे होया वाहिगुरू जी का खालसा वाहिगुरू जी की फतेह।